ਸਪੈਸ਼ਲ ਗੈਸਟ ਦੇ ਅੱਜ ਦੇ ਐਪੀਸੋਡ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸਪੈਸ਼ਲ ਗੈਸਟ ਸ਼ੋਅ ਦੇ ਵਿੱਚ ਅਸੀਂ ਹਮੇਸ਼ਾ ਹੀ ਤੁਹਾਡੇ ਰੂਬਰੂ ਉਹਨਾਂ ਸੱਜਣਾਂ ਨੂੰ ਕਰਦੇ ਹਾਂ ਜਿਨ੍ਹਾਂ ਦਾ ਸਮਾਜ ਵਿੱਚ ਰੁਤਬਾ ਹੁੰਦਾ ਹੈ, ਸਮਾਜ ਦੇ ਕੰਮ ਆਉਂਦੇ ਹਨ, ਸਮਾਜ ਵਿੱਚ ਵਿਚਰ ਕੇ ਸਮਾਜ ਦੀਆਂ ਤਰੁੱਟੀਆਂ ਨੂੰ ਦੂਰ ਕਰਦੇ ਹਨ ਜਾਂ ਕਿਸੇ ਪੱਖੋਂ ਉਹ ਸਮਾਜ ਵਿੱਚ ਵਧੀਆ ਤਰੀਕੇ ਨਾਲ ਵਿਚਰ ਰਹੇ ਹੋਣ, ਚਾਹੇ ਉਹ ਸਿਆਸਤਦਾਨ ਹੋਣ, ਚਾਹੇ ਉਹ ਲਿਖਾਰੀ ਹੋਣ, ਚਾਹੇ ਉਹ ਗਾਇਕ ਹੋਣ, ਚਾਹੇ ਉਹ ਸਮਾਜ ਸੇਵਕ ਹੋਣ। ਹਰ ਉਸ ਸ਼ਖਸ ਵਿੱਚ ਜਿਹੜਾ ਸਪੈਸ਼ਲ ਗੈਸਟ ਸ਼ੋਅ ਵਿੱਚ ਆਉਂਦਾ ਹੈ ਉਹਦੀ ਸਪੈਸ਼ਲਿਟੀ ਹੁੰਦੀ ਹੈ। ਅੱਜ ਜਿਸ ਮਹਾਨ ਹਸਤੀ ਨੂੰ ਮੈਂ ਤੁਹਾਡੇ ਰੂਬਰੂ ਕਰਨਾ ਹੈ, ਉਹਨਾਂ ਦੀਆਂ ਸਪੈਸ਼ਲਿਟੀਆਂ ਗਿਣਨ ਵਾਸਤੇ ਮੈਨੂੰ ਰੁਕ ਕੇ ਗੱਲ ਕਰਨੀ ਪਏਗੀ, ਕਿਉਂਕਿ ਉਹ ਸਮਾਜ ਵਿੱਚ ਵਿਚਰਦੇ ਹਨ। ਸਮਾਜ ਵਿੱਚ ਤਰੁੱਟੀਆਂ ਨੂੰ, ਕਿਉਂਕਿ ਤੁਸੀਂ ਸਾਰੇ ਜਾਣਦੇ ਆ, ਅਸੀਂ ਪੰਜਾਬੀ ਹੋਣ ਦੇ ਨਾਤੇ ਅਸੀਂ ਪੰਜਾਬੀ ਘੱਟ ਹਾਂ, ਅਸੀਂ ਹੋਰ ਪੱਖਾਂ ਤੋਂ ਜ਼ਿਆਦਾ ਆਪਣੇ ਆਪ ਨੂੰ ਮਸ਼ਹੂਰ ਕਰਦੇ ਹਾਂ। ਬਹੁਤ ਸਾਰੀਆਂ ਸਾਡੇ ਸਮਾਜ ਵਿੱਚ ਕਮੀਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਦਾ ਇਹ ਉਪਰਾਲਾ ਕਰਦੇ ਹਾਂ। ਵੱਖ-ਵੱਖ ਜਗ੍ਹਾ 'ਤੇ ਜਾ ਕੇ ਵੱਖ-ਵੱਖ ਵਿਸ਼ਿਆਂ 'ਤੇ ਲੈਕਚਰ ਕਰਦੇ ਹਨ ਔਰ ਇਹ ਬਹੁਤ ਵੱਡੇ ਲਿਖਾਰੀ ਹਨ ਜਿਨ੍ਹਾਂ ਨੇ ਇਤਿਹਾਸ ਨੂੰ ਪੜ੍ਹਿਆ, ਪਰਖਿਆ ਔਰ ਇਤਿਹਾਸ ਨੂੰ ਅੱਗੇ ਤੋਰਿਆ। ਇਹ ਤਕਰੀਬਨ 21-22 ਕਿਤਾਬਾਂ ਆਲਰੇਡੀ ਲਿਖ ਚੁੱਕੇ ਹਨ ਜਿਹੜੀਆਂ ਕਿ ਪੂਰੇ ਦੁਨੀਆ ਵਿੱਚ ਪੰਜਾਬੀ ਸਮਾਜ ਨੇ ਸਵੀਕਾਰੀਆਂ ਔਰ ਸਤਿਕਾਰੀਆਂ ਜਾਂਦੀਆਂ ਹਨ। ਔਰ ਇਹਨਾਂ ਦੀ ਖਾਸੀਅਤ ਇਹ ਵੀ ਹੈ ਕਿ ਇਹ ਗੀਤਕਾਰ ਵੀ ਹਨ, ਇਹ ਕਵੀ ਵੀ ਹਨ, ਇਹ ਗਜ਼ਲਗੋ ਵੀ ਹਨ ਅਤੇ ਇਹ ਸਾਰੀਆਂ ਗੱਲਾਂ ਤੋਂ ਉੱਪਰ ਇਹ ਬਹੁਤ ਉਮਦਾ ਪੱਤਰਕਾਰ ਵੀ ਹਨ। ਇਹਨਾਂ ਨਾਲ ਗੱਲ ਕਰਨ ਲੱਗਿਆਂ ਕਈ ਵਾਰੀ ਇੱਦਾਂ ਲੱਗਦਾ ਕਿ ਮੈਂ ਗੱਲ ਕਰਨ ਲੱਗਾ ਕਿਤੇ ਕਿਸੇ ਪੱਖੋਂ ਕੋਈ ਪੱਖ ਵਾਂਝਾ ਨਾ ਰਹਿ ਜਾਵੇ ਮੇਰੇ ਪੁੱਛਣ ਤੋਂ, ਅਤੇ ਮੈਂ ਕੋਸ਼ਿਸ਼ ਕਰਾਂਗਾ ਮੈਂ ਹਰ ਉਸ ਪੱਖ ਨੂੰ ਪੇਸ਼ ਕਰ ਸਕਾਂ ਜਿਹੜਾ ਕਿ ਉਹਨਾਂ ਵਿੱਚ ਹੁਨਰ ਹੈ। ਮੇਰੀ ਮੁਰਾਦ ਹੈ ਰਣਜੀਤ ਸਿੰਘ ਰਾਣਾ ਜੀ। ਰਾਣਾ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਪੈਸ਼ਲ ਸ਼ੋਅ ਤੱਕ ਜੀ। ਬਹੁਤ ਬਹੁਤ ਧਰਮਚੰਦ ਮਹੇਸ਼ ਜੀ, ਤੁਸੀਂ ਆਪ ਸੱਦ ਕੇ ਨਵਾਜਿਆ, ਤੁਹਾਡਾ ਵੀ ਅਤੇ ਕਾਂਸ਼ੀ ਟੀਵੀ ਦੀ ਸਾਰੀ ਟੀਮ ਦਾ ਵੀ ਹਿਰਦੇ ਤੋਂ ਧੰਨਵਾਦ। ਕਾਂਸ਼ੀ ਟੀਵੀ ਦਾ ਪੂਰਾ ਸਟਾਫ ਆਪਣੇ ਆਪ ਨੂੰ ਬੜਾ ਭਾਗਾ ਸਮਝਦੀ ਹੈ ਤੁਹਾਡੇ ਦਰਸ਼ਨ ਕਰਕੇ। ਤੁਸੀਂ ਬਹੁਤ ਰੂਹ ਵਾਲੇ ਇਨਸਾਨ ਹੋ, ਤੁਸੀਂ ਬਹੁਤ ਕੁਛ ਕਰ ਰਹੇ ਹੋ। ਆਓ ਆਪਾਂ ਰਲ ਕੇ ਕੋਸ਼ਿਸ਼ ਕਰੀਏ ਸਾਰੇ ਆਪਣੇ ਸਮਾਜ ਦੀਆਂ ਤਰੁੱਟੀਆਂ ਦੂਰ ਕਰ ਲਈਏ ਤਾਂ ਕਿ ਇੱਕ ਵਧੀਆ ਭਾਈਚਾਰਾ ਬਣ ਸਕੇ ਜੀ। ਅੱਜ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਨੀ ਹੈ ਕਿ ਹਰ ਇੱਕ ਇਨਸਾਨ ਨੂੰ ਆਪਣਾ ਬਚਪਨ ਬਹੁਤ ਪਿਆਰਾ ਹੁੰਦਾ ਹੈ। ਬਚਪਨ ਦੀਆਂ ਉਹ ਖੇਡਾਂ, ਬਚਪਨ ਦੇ ਉਹ ਲਾਈਨ ਲਾ ਕੇ ਪਹਾੜੇ ਪੜ੍ਹਿਓ, ਬਚਪਨ 'ਚ ਮਾਂ ਬਾਪ ਦੀਆਂ ਲਾਡਲੀਆਂ ਗੱਲਾਂ, ਕਿਤੇ ਕਿਤੇ ਥੱਪੜ ਵੀ ਲੱਗ ਜਾਂਦੇ ਜੀ। ਉਹ ਮੈਂ ਜਾਣਨਾ ਚਾਹਾਂਗਾ ਵੀ ਤੁਹਾਡਾ ਪਿਛੋਕੜ ਕਿਹੋ ਜਿਹਾ, ਬਚਪਨ ਕਿੱਥੇ ਗੁਜ਼ਰਿਆ, ਕਿੱਥੇ ਤੁਸੀਂ ਪੜ੍ਹੇ, ਕਿੱਦਾਂ ਜ਼ਿੰਦਗੀ ਸ਼ੁਰੂ ਹੋਈ? ਦੁਆਬੇ ਦੇ ਵਿੱਚ ਜਲੰਧਰ ਸ਼ਹਿਰ ਦੇ ਕੋਲ ਹੀ ਪਿੰਡ ਹੈ ਇੱਕ, ਨਕੋਦਰ ਰੋਡ ਦੇ ਉੱਤੇ ਖੰਬਰਾ ਜੀ। ਖੰਬਰਾ ਮੇਰਾ ਉਸ ਖੰਬਰੇ ਪਿੰਡ ਦਾ ਜਨਮ ਹੈ। ਠੀਕ ਹੈ ਜੀ। ਔਰ ਜਦੋਂ ਅੱਜ ਜਾ ਕੇ ਮੈਂ ਖੰਬਰਾ ਦੇਖਦਾ ਉਹ ਸ਼ਹਿਰ ਬਣਿਆ ਹੋਇਆ, ਪਰ ਜਿਹੜਾ ਮੇਰਾ ਬਚਪਨ ਸੀ ਉਦੋਂ ਖੰਬਰਾ ਅਸਲ 'ਚ ਪਿੰਡ ਸੀ। ਠੀਕ, ਸਹੀ ਅਰਥਾਂ 'ਚ ਪਿੰਡ ਜਿਹੋ ਜਿਹਾ ਪਿੰਡ ਸਾਡੇ ਚੇਤਿਆਂ 'ਚ ਵਸੇ ਹੋਏ ਆ। ਠੀਕ ਹੈ। ਔਰ ਪਿੰਡ ਦੀਆਂ ਬੋੜਾਂ, ਪਿੰਡ ਦੀਆਂ ਖੇਡਾਂ, ਠੀਕ, ਖੇਤੀ ਦੇ ਕਿੱਤੇ ਨਾਲ ਸੰਬੰਧਿਤ, ਪਿੰਡ 'ਚੋਂ ਹੀ ਪੜ੍ਹਨ ਲਈ ਪਿੰਡ ਦਾ ਸਕੂਲ ਸੀ, ਪਹਿਲਾਂ ਪਿੰਡ ਦੇ ਸਕੂਲ 'ਚ ਪੜ੍ਹੇ, ਠੀਕ, ਫਿਰ ਪਿੰਡ 'ਚੋਂ ਪੜ੍ਹਨ ਲਈ ਸ਼ਹਿਰ ਜਲੰਧਰ ਵੀ ਜਾਂਦੇ ਰਹੇ, DAV ਕਾਲਜ ਮੈਂ ਪੜ੍ਹਿਆ। ਬਾਅਦ 'ਚ ਪ੍ਰੋਫੈਸਰ ਪਿਆਰਾ ਸਿੰਘ ਭੋਗਲ ਸੀ, ਉਹਨਾਂ ਕੋਲੋਂ ਵੀ ਪ੍ਰਾਈਵੇਟ ਤੌਰ 'ਤੇ ਵੀ ਥੋੜ੍ਹੀ ਕੋਚਿੰਗ ਲਈ। ਠੀਕ ਹੈ। ਔਰ ਫਿਰ ਕਿਰਤ ਦੇ ਧੱਕੇ ਹੋਏ, ਇੱਦਾਂ ਕਹੋ ਕਿ ਪਿੰਡ ਤੋਂ ਸ਼ਹਿਰ ਆ ਗਿਆ। ਠੀਕ ਹੈ। ਅਤੇ ਸ਼ਹਿਰ ਤੋਂ ਫਿਰ ਇੰਗਲੈਂਡ ਆ ਗਿਆ। ਅੱਛਾ, ਆਪਾਂ ਤੁਸੀਂ ਇੰਗਲੈਂਡ ਕਦੋਂ ਆਏ, ਕਿਹੜੇ ਸਾਲ 'ਚ? ਇਹ 1983 'ਚ ਮੈਂ ਆਇਆ ਸੀ ਪਹਿਲੀ ਵਾਰੀ ਇੰਗਲੈਂਡ। ਹਾਂਜੀ, ਠੀਕ ਹੈ। ਅੱਛਾ, ਆਪਾਂ ਨਾ ਕਿਉਂਕਿ ਗੱਲ ਨੂੰ ਆਪਾਂ ਆਪਣੇ ਕੋਲ ਟਾਈਮ ਉਹਨੇ 50-60 ਮਿੰਟ ਦੇ ਆ ਜੀ, ਆਪਾਂ ਹਰ ਗੱਲ ਨੂੰ ਕਵਰ ਕਰਨਾ ਕਿਉਂਕਿ ਤੁਹਾਡਾ ਬਹੁਤ ਵੱਡਾ ਨਾਂ ਆ ਲਿਖਾਰੀਆਂ ਵਿੱਚ, ਗੀਤਾਂ ਵਿੱਚ, ਕਵਿਤਾਵਾਂ ਵਿੱਚ। ਪਹਿਲਾਂ ਆਪਾਂ ਗੱਲ ਇੱਥੇ ਸ਼ੁਰੂ ਕਰਦੇ ਹਾਂ ਕਿ ਤੁਹਾਡੀ ਕੋਈ ਮਨਪਸੰਦ ਕਵਿਤਾ ਜਾਂ ਗੀਤ ਜਿਹੜਾ ਤੁਹਾਨੂੰ ਮਨ ਨੂੰ ਵਧੀਆ ਲੱਗਦਾ, ਉਹ ਆਪਾਂ ਸਰੋਤਿਆਂ ਦੇ। ਸਾਰੇ ਗੀਤ ਸੋਹਣੇ ਲੱਗਦੇ ਆਪਣੇ ਲਿਖੇ। ਬਿਲਕੁਲ ਬਿਲਕੁਲ ਜੀ। ਪਰ ਕਿਉਂਕਿ ਤੁਸੀਂ ਬਚਪਨ ਦੀ ਗੱਲ ਕਰ ਰਿਹਾ ਸੀ, ਅਤੇ ਬਚਪਨ ਦੇ ਵਿੱਚ ਤੰਗੀਆਂ ਤੁਰਸ਼ੀਆਂ
ਸਾਡੀ ਪੀੜ੍ਹੀ ਵਾਲੇ ਮੇਰੇ ਖਿਆਲ ਸਾਰਿਆਂ ਨੇ ਹੰਡਾਈਆਂ। ਹਾਂਜੀ ਹਾਂਜੀ ਹਾਂਜੀ। ਔਰ ਉਹਨਾਂ ਦੇ ਵਿੱਚ ਉਹਨਾਂ ਤੰਗੀਆਂ ਤੁਰਸ਼ੀਆਂ 'ਚ ਜਿਹੜੇ ਬਚਪਨ ਤੋਂ ਲੈ ਕੇ ਸੱਜਣ ਮੇਰੇ, ਜਿਨ੍ਹਾਂ ਨਾਲ ਜੰਗ ਪਲੰਗਾ ਵੀ ਖੇਡਿਆ, ਜਿਨ੍ਹਾਂ ਨਾਲ ਕਬੱਡੀ ਵੀ ਖੇਡੀ, ਜਿਨ੍ਹਾਂ ਨਾਲ ਘੋੜ ਕਬੱਡੀ ਵੀ ਖੇਡੀ, ਜਿਨ੍ਹਾਂ ਨਾਲ ਪਿੰਡ ਦੇ ਛੱਪੜ 'ਚ ਨਹਾਤੇ ਵੀ, ਜਿਨ੍ਹਾਂ ਨਾਲ ਮੱਝਾਂ ਵੀ ਚਾਰੀਆਂ, ਔਰ ਉਹਨਾਂ ਤੋਂ ਲੈ ਕੇ ਕਾਲਜ ਤੱਕ ਉਹ ਜਿਹੜੇ ਸੱਜਣ ਸੀਗੇ, ਉਹਨਾਂ ਨਾਲ ਤੰਗੀਆਂ ਤੁਰਸ਼ੀਆਂ ਕੱਟੀਆਂ। ਬੜੇ ਔਖੇ ਦਿਨ ਵੀ ਉਹ ਜਾਣਦੇ, ਇੱਕ ਦੂਜੇ ਨੂੰ ਕਈ ਵਾਰੀ ਗੰਨੇ ਤੋਂ ਹੀ ਲੜ ਪੈਣਾ, ਉੱਥੇ ਗੰਨਾ ਮੈਂ ਚੁੱਪਣਾ ਕਿ ਤੂੰ ਪੀ ਆਪਣਾ, ਕਈ ਵਾਰੀ ਥੋੜ੍ਹੀ ਚੀਜ਼ ਤੋਂ ਇਹ ਬਚਪਨ। ਅੱਛਾ, ਕਈ ਵਾਰੀ ਜਦੋਂ ਕਾਲਜ ਤੱਕ ਵੀ ਚਲ ਗਿਆ ਉਦੋਂ ਜਾਣੀ ਕਿ 19 ਕੁ ਪੈਸੇ ਹੁੰਦੇ ਸੀ, ਸਮੋਸਾ ਅੱਧਾ ਕਰਨ ਵਾਲੀ ਗੱਲ, ਚਾਹ ਦਾ ਕੱਪ 1/2 1/3 ਕਰਨ ਵਾਲੀ ਗੱਲ। ਤੇ ਇਹ ਸ਼ਾਇਦ ਜਿਹੜਾ ਸਾਡੇ ਸਮਿਆਂ ਦੇ ਉਹਨਾਂ ਨੇ ਜਾਣਿਆ ਹੋਵੇ ਵੀ ਉੱਥੇ ਕੰਟੀਨਾਂ 'ਚ ਇੱਦਾਂ ਹੁੰਦਾ ਸੀ ਵੀ ਕੱਪ ਚਾਹ ਆਪਣੇ ਲਈ ਆ, ਦੋਸਤ ਆ ਕੇ ਕਹਿਣਾ 1/2 ਕਰ ਦੇ, ਦੂਜਾ ਤੀਜਾ ਆ ਗਿਆ ਕਹਿਣਾ ਉਹਨੂੰ ਕੰਟੀਨਾ ਕਹਿੰਦੇ 1/3 ਕਰ ਦੇ, ਫਿਰ ਚੌਥਾ ਆ ਗਿਆ ਕੱਪ ਹੋਰ ਨਹੀਂ ਲੈਣਾ, ਕਹਿਣਾ 1/4 ਕਰ ਦੇ। ਤੇ ਜਦੋਂ 1/4 ਤੱਕ ਗੱਲ ਆਉਣੀ ਤੇ ਫਿਰ ਕੰਟੀਨ ਵਾਲੇ ਨੇ ਕਹਿਣਾ ਵੀ ਇੱਦਾਂ ਕਰਿਓ, ਹੁਣ ਕੱਪ ਧੋ ਵੀ ਆਪੇ ਜਾਇਓ, ਰਹਿ ਜਾਣਾ ਥੱਲੇ ਲੱਗਣ ਚੁੱਕੇ ਰਹਿਣੇ ਆ। ਉਹ ਜਿਹੜੇ ਦਿਨ ਆ ਉਹ ਯਾਦ ਆਉਂਦੇ ਕਈ ਵਾਰੀ। ਤੇ ਬਾਅਦ 'ਚ ਖੁਸ਼ਹਾਲੀ ਵੀ ਆ ਗਈ। ਤੇ ਜਦੋਂ ਖੁਸ਼ਹਾਲੀ ਆ ਜਾਵੇ, ਤੰਗੀਆਂ ਤੁਸੀਂ ਤੁਹਾਨੂੰ ਜੀ ਕਰਦਾ ਹੁੰਦਾ ਤੁਹਾਡੇ ਉਹ ਜਿਹੜੇ ਸੱਜਣ ਜਿਨ੍ਹਾਂ ਨਾਲ ਤੰਗੀਆਂ ਤੁਰਸ਼ੀਆਂ ਤੁਸੀਂ ਕੱਟੀਆਂ, ਜਿਨ੍ਹਾਂ ਨੇ ਕਦੀ ਔਖੇ ਹੋ ਕੇ 5 ਰੁਪਏ ਖਰਚੇ ਸੀਗੇ, ਠੀਕ ਹੈ, ਅੱਜ ਸਾਡੇ ਕੋਲ ਜੇ 5000 ਜਾਂ 50000 ਖਰਚਣ ਦੀ ਸਮਰੱਥਾ ਹੈਗੀ ਆ, ਤੇ ਕਿਤੇ ਸਮਾਂ ਇਹੋ ਜਿਹਾ ਬਣ ਜਾਏ ਕਿਤੇ ਉਹਨਾਂ ਨਾਲ ਬੈਠ ਸਕੀਏ, ਪਰ ਉਹ ਬੈਠਣਾ ਨਹੀਂ ਮਿਲਦਾ। ਇਸੇ ਕਰਕੇ ਬਚਪਨ ਦੁਬਾਰਾ ਯਾਦ ਆਉਂਦਾ ਹੁਣ, ਤੇ ਮੈਂ ਉਹਨੂੰ ਯਾਦ ਕਰਕੇ ਨਾ ਇੱਕ ਕਵਿਤਾ ਦੀ ਬੋਲ ਜਿਹੜੀ ਤੁਸੀਂ ਕਹੋ ਮੈਂ ਸਾਂਝੀ ਉਹੀ ਕਰ ਲੈਣਾ। ਕਹਿੰਦਾ ਰਹੇ ਹਾਂ ਖੁਸ਼ੀ ਵਿੱਚ ਖੀਵੇ, ਰਤਾ ਵੀ ਰੰਜ ਨਹੀਂ ਹੈ। ਰਹੇ ਹਾਂ ਖੁਸ਼ੀ ਵਿੱਚ ਖੀਵੇ, ਰਤਾ ਵੀ ਰੰਜ ਨਹੀਂ ਹਾਂ, ਬੜਾ ਹਾਂ ਰੱਜ ਕੇ ਜੀਵੇ, ਕੋਈ ਵੀ ਕੰਜ ਨਹੀਂ ਹੈ। ਮੰਜ਼ਿਲ ਮੇਲ ਦੀ ਹੁੰਦੀ ਤਾਂ ਤਿੱਖੀ ਤੋਰ ਹੋਣੀ ਸੀ, ਸੱਜਣ ਨਾਲ ਜੇ ਹੁੰਦੀ ਏ ਤਾਂ ਗੱਲ ਕੁਝ ਹੋਰ ਹੋਣੀ ਸੀ। ਕੀ ਬਾਤ, ਬਹੁਤ ਖੂਬ। ਕਿਉਂ ਬਚਪਨ ਵਾਲੇ ਸੱਜਣ ਕਿਤੇ ਨਾਲ ਹੁੰਦੇ, ਬਾਕੀ ਸਾਰਾ ਕੁਝ ਆ ਗਿਆ, ਪਰ ਸੱਜਣ ਬਚਪਨ ਦੇ ਨਾਲ ਨਹੀਂ ਆਏ। ਤੇ ਇਸੇ ਗੱਲ ਨੂੰ ਗਾਂ ਦੁਨੀਆ ਘੁੰਮਣ ਦੀ ਗੱਲ, ਥਲ ਪਹਾੜ ਤੇ ਨਦੀਆਂ ਸਮੁੰਦਰ ਪਾਰ ਘੁੰਮੇ ਨੇ, ਮਹਿਕਦੇ ਵਣ ਵਿੱਚ ਵਿਚਰੇ ਤੇ ਫੁੱਲ ਹਜ਼ਾਰ ਚੁੰਮੇ ਨੇ, ਪੁਰੇ ਦੀ ਪੌਣ ਵਗਦੀ ਤਾਂ ਘਟਾ ਘਨਘੋਰ ਹੋਣੀ ਸੀ, ਸੱਜਣ ਨਾਲ ਜੇ ਹੁੰਦੇ ਤਾਂ ਗੱਲ ਕੁਝ ਹੋਰ ਹੋਣੀ ਸੀ। ਵਾਹ। ਫਿਰ ਖਿਆਲ ਹੈ ਦੀਦੇ ਦਰਸ਼ ਦੇ ਭੁੱਖੇ, ਉਹਨਾਂ ਦੇ ਜਿਹੜੇ ਬਚਪਨ ਦੇ ਸੀ ਉਹ ਨਹੀਂ ਮਿਲਦਾ। ਦੀਦੇ ਦਰਸ਼ ਦੇ ਭੁੱਖੇ, ਤੱਕਣੀ ਦੀਦ ਪੀਂਦੀ ਹੈ, ਦਮਾਂ ਦੀ ਤੰਦ ਨਹੀਂ ਟੁੱਟੀ, ਅਜੇ ਉਮੀਦ ਜਿੰਦੀ ਹੈ। ਵਾਹ, ਬਹੁਤ। ਦੀਦੇ ਦਰਸ਼ ਦੇ ਭੁੱਖੇ, ਤੱਕਣੀ ਦੀਦ ਪੀਂਦੀ ਹੈ, ਦਮਾਂ ਦੀ ਤੰਦ ਨਹੀਂ ਟੁੱਟੀ, ਅਜੇ ਉਮੀਦ ਜਿੰਦੀ ਹੈ। ਹੁਣ ਜੋ ਲੇਰ ਉੱਠਦੀ ਹੈ ਫਿਰ ਉਹ ਲੋਰ ਹੋਣੀ ਸੀ, ਸੱਜਣ ਨਾਲ ਜੇ ਹੁੰਦੇ ਗੱਲ ਕੁਝ ਹੋਰ ਹੋਣੀ। ਸ਼ਾਇਦ ਇੱਕ ਵਾਰੀ ਫੇਰ ਰਿਪੀਟ ਕਰੋ। ਬਹੁਤ ਦੀਦੇ ਦਰਸ਼ ਦੇ ਭੁੱਖੇ, ਦੀਦੇ ਨੈਣ, ਦੀਦੇ ਦਰਸ਼ ਦੇ ਭੁੱਖੇ, ਤੱਕਣੀ ਦੀਦ ਪੀਂਦੀ ਹੈ, ਦਮਾਂ ਦੀ ਤੰਦ ਨਹੀਂ ਟੁੱਟੀ, ਅਜੇ ਉਮੀਦ ਜਿੰਦੀ ਹੈ। ਹੁਣ ਜੋ ਲੇਰ ਉੱਠਦੀ ਹੈ ਫਿਰ ਉਹ ਲੋਰ ਹੋਣੀ ਸੀ, ਸੱਜਣ ਨਾਲ ਜੇ ਹੁੰਦੇ ਗੱਲ ਕੁਝ ਹੋਰ ਹੋਣੀ ਸੀ। ਲੇਰ ਦੁੱਖ 'ਚ ਉੱਠਦੀ ਆ, ਲੋਰ ਸੁੱਖ 'ਚ ਉੱਠਦੀ ਆ, ਲੈ 'ਚ ਆਉਂਦੀ ਗੱਲ। ਆਖਰੀ ਬੰਦੇ ਇਹਦਾ, ਹਵਾ ਵਿੱਚ ਜ਼ੋਰ ਹੈ ਸਾਡਾ, ਨਾਮਣਾ ਬਣ ਗਿਆ, ਸ਼ੁਰਤਾਂ ਆ ਗਈਆਂ, ਦੌਲਤਾਂ ਆ ਗਈਆਂ, ਸਾਰਾ ਕੁਛ ਆ ਗਿਆ। ਹਵਾ ਵਿੱਚ ਜ਼ੋਰ ਹੈ ਸਾਡਾ, ਸ਼ਹਿਰ ਵਿੱਚ ਸ਼ੋਰ ਹੈ ਸਾਡਾ, ਰੰਗਲੀ ਪੈਲ ਜੋ ਪਾਉਂਦਾ ਉਹ ਮਨ ਦਾ ਮੋਰ ਹੈ ਸਾਡਾ, ਰਾਣੇ ਦੀ ਗੀਤ ਦੀ ਹਰ ਲੈ, ਨਵੀਂ ਨਕੋਰ ਹੋਣੀ ਸੀ, ਸੱਜਣ ਨਾਲ ਜੇ ਹੁੰਦੇ ਗੱਲ ਕੁਝ ਹੋਰ ਹੋਣੀ ਸੀ, ਸੱਜਣ ਨਾਲ ਜੇ ਹੁੰਦੇ ਗੱਲ ਕੁਝ ਹੋਰ ਹੋਣੀ ਸੀ। ਉਹ ਪਿੰਡ ਦੀ ਯਾਦ, ਇੱਕ ਤਰ੍ਹਾਂ ਦੀ ਸੱਜਣਾ ਦੀ ਯਾਦ। ਬਚਪਨ ਰਣਜੀਤ ਸਿੰਘ ਜੀ ਬਹੁਤ ਖੂਬ, ਤੁਸੀਂ ਮਨ ਜਿੱਥੇ ਖੁਸ਼ ਕਰ ਦਿੱਤਾ ਉੱਥੇ ਥੋੜਾ ਜਿਹਾ ਗਮ, ਉਦਾਸੀਆਂ ਵੀ ਇਹਦੇ ਵਿੱਚ ਹੀ ਆ, ਖੁਸ਼ੀਆਂ ਤੇ ਗਮੀਆਂ ਸਾਂਝੀਆਂ। ਬਹੁਤ ਖੂਬ ਲਿਖਿਆ। ਇਹ ਇੱਕ ਕਵਿਤਾ, ਇਹਨੂੰ ਆਪਾਂ ਤਨਹਾਈ ਭਰਪੂਰ ਕਵਿਤਾ ਵੀ ਕਹਿ ਸਕਦੇ ਹਾਂ। ਇਹਦੇ ਵਿੱਚ ਖੁਸ਼ੀ ਵੀ ਹੁੰਦੀ ਹੈ, ਜਿੱਥੇ ਉਮੀਦ ਦੀ ਗੱਲ ਹੁੰਦੀ ਕਿ ਉਮੀਦ ਆ ਕਦੇ ਮਿਲਾਂਗੇ, ਫਿਰ ਜਦੋਂ ਗੱਲ ਮੁੱਕਦੀ ਆ ਕਿ ਜੇ ਨਾਲ ਹੁੰਦੇ ਗੱਲ ਕੁਛ ਹੋਰ ਹੋਣੀ ਸੀਗੀ। ਬਹੁਤ ਕੁਛ, ਬਹੁਤ ਵਧੀਆ। ਇਹਦੇ ਨਾਲ ਮੇਰੇ ਮਨ 'ਚ ਸਵਾਲ ਆ ਰਿਹਾ ਰਾਣਾ ਸਾਹਿਬ ਵੀ, ਕਿਉਂਕਿ ਇੰਨੀ ਡੂੰਘੀ ਕਵਿਤਾ ਲਿਖਣੀ, ਇੰਨੀ ਫੀਲਿੰਗ ਨਾਲ ਭਰਪੂਰ ਲਿਖਣੀ, ਇਹ ਪਹਿਲੀ ਕਵਿਤਾ ਤਾਂ ਹੋ ਨਹੀਂ ਸਕਦੀ ਜੀ, ਕਿਉਂਕਿ ਤੁਸੀਂ ਇਹ ਲਿਖਣ ਦਾ ਸ਼ੌਕ ਤੁਹਾਨੂੰ ਕਦੋਂ ਸ਼ੁਰੂ ਹੋਇਆ, ਕਦੋਂ ਪਿਆ? ਜਦੋਂ ਤੋਂ ਹੋਸ਼ ਸੰਭਾਲੀ
ਉਦੋਂ ਤੋਂ ਹੀ ਸ਼ਾਇਦ ਕਿਤੇ ਇਹ ਪਤਾ ਨਹੀਂ ਇਹ ਸ਼ੌਂਕ ਬੰਦੇ ਦੀ ਕਿਹੜੀ ਜਨਮਾਂ ਤੋਂ ਕਿੱਥੋਂ ਲੰਘ ਕੇ ਆਉਂਦੇ ਹੁੰਦੇ, ਇਹਦੇ ਬਾਰੇ ਤਾਂ ਜਾਣਨ ਨਾਲ ਜਾਣੇ। ਪਰ ਮੈਂ ਜਦੋਂ ਤੋਂ ਹੋਸ਼ ਸੰਭਾਲੀ ਆ ਉਦੋਂ ਤੋਂ ਲੈ ਕੇ ਮੈਂ ਚੌਥੀ ਪੰਜਵੀਂ 'ਚ ਪੜ੍ਹਦਾ ਸੀ ਅਤੇ ਮੈਨੂੰ ਇਹ ਤੁਕਬੰਦੀ ਫਿਰਦੀ ਹੁੰਦੀ ਸੀ। ਠੀਕ ਹੈ, ਓਕੇ। ਔਰ ਤੁਕਬੰਦੀ ਫਿਰਦਿਆਂ ਜਦੋਂ ਪ੍ਰਾਇਮਰੀ ਸਕੂਲ ਤੋਂ ਪਿੰਡ ਦੇ ਵਿੱਚ ਹੀ ਸੀ, ਹਾਈ ਸਕੂਲ ਉੱਥੇ ਚੱਲ ਗਿਆ ਅਤੇ 7ਵੀਂ ਕੁਝ ਸੀ, ਮੈਂ 7ਵੀਂ 8ਵੀਂ 'ਚ ਸੀ ਸ਼ਾਇਦ। ਉਦੋਂ ਮੇਰੀ ਕਾਪੀ ਜਿਹੜੀ ਮੈਂ ਡਾਇਰੀ ਲਿਖਦਾ ਹੁੰਦਾ ਸੀ ਉਹ 'ਚ ਗੀਤ ਵਗੈਰਾ ਤੁਕਬੰਦੀ ਹੁੰਦੀ ਸੀ। ਠੀਕ, ਮੈਂ ਕਵਿਤਾ ਨਹੀਂ ਮੰਨਦਾ, ਮੇਰੇ ਕੋਲ ਸ਼ਾਇਦ ਕਾਪੀ ਮੈਂ ਸਾਂਭੀ ਹੋਈ ਆ। ਉਹ ਮੇਰੀ ਕਾਪੀ ਕਿਸੇ ਤਰ੍ਹਾਂ ਨਾਲ ਦੇ ਦੋਸਤਾਂ ਮਿੱਤਰਾਂ ਨੇ ਚੋਰੀ ਕਰਕੇ, ਵੀ ਇਹ ਤਾਂ ਜੀ ਪੜ੍ਹਨ ਦੇ ਟਾਈਮ ਵੀ ਕਵਿਤਾ ਲਿਖਦਾ ਰਹਿੰਦਾ ਹੁੰਦਾ, ਅਤੇ ਉਹ ਸਾਡੇ ਕੋਲ ਮਾਸਟਰ ਕੋਲ ਚਲ ਗਈ, ਕਲਾਸ ਟੀਚਰ ਕੋਲ, ਅਤੇ ਫਿਰ ਹੈਡਮਾਸਟਰ ਕੋਲ ਚਲ ਗਏ। ਠੀਕ। ਹੈਡਮਾਸਟਰ ਸਰਦਾਰ ਅਜੀਤ ਸਿੰਘ ਹੁੰਦੇ ਸੀ, ਮਾਡਲ ਹਾਊਸ ਜਲੰਧਰ ਤੋਂ ਜਾਂਦੇ ਹੁੰਦੇ ਸੀ ਪਿੰਡ ਕਮਰੇ 'ਚ ਪੜ੍ਹਾਉਣ ਦੇ ਲਈ। ਇਹ ਬੜੇ ਲਾਇਕ ਹੈਡਮਾਸਟਰ। ਸਾਡੇ ਦੋ ਹੈਡਮਾਸਟਰ ਉਸ ਕਾਲਜ ਮੈਂ ਦੋਵੇਂ ਬੜੇ, ਸਰਦਾਰ ਤਰਸੇਮ ਸਿੰਘ ਜੀ ਧੁੱਗਾ, ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਿਆਂ ਦੇ ਭਤੀਜੇ ਸੀ, ਔਰ ਆਪਣੀ ਕਿਸਮ ਦੇ ਇਨਸਾਨ, ਕਮਾਲ ਦੇ ਇਨਸਾਨ। ਦੂਜੇ ਸਰਦਾਰ ਅਜੀਤ ਸਿੰਘ ਉਦੋਂ ਬਾਅਦ ਆਏ, ਅਤੇ ਉਹ ਵੀ ਕਮਾਲ, ਆਪਣੀ ਕਿਸਮ ਦੇ ਇਨਸਾਨ, ਬਹੁਤ ਕਮਾਲ। ਜਦੋਂ ਉਹਨਾਂ ਕੋਲ ਡਾਇਰੀ ਚੱਲ ਗਈ ਤਾਂ ਉਹਨਾਂ ਨੇ ਮੈਨੂੰ ਜੀ ਆਪਣੇ ਦਫ਼ਤਰ 'ਚ ਸੱਦਿਆ। ਅੱਛਾ, ਪਹਿਲਾਂ ਤੁਹਾਡੀ ਜਿਹੜੀ ਕਵਿਤਾ ਸੀ ਉਹਦਾ ਮਿਆਰ ਆਪਾਂ ਕਹਿੰਦੇ ਤੁਕਬੰਦੀ ਜੀ ਵਰਗਾ ਸੀ। ਹਾਂਜੀ। ਕਿਉਂਕਿ ਜਦੋਂ ਕੋਈ ਬੰਦਾ ਕਿੱਤਾ ਅਪਣਾਉਂਦਾ, ਹਾਂਜੀ, ਜਦੋਂ ਬੰਦਾ ਆਪਣੇ ਆਪ ਨੂੰ ਅਰਪਣ ਕਰਦਾ ਕਿ ਮੈਂ ਆਹ ਕੰਮ ਕਰਨਾ, ਹਾਂਜੀ ਹਾਂਜੀ, ਜਦੋਂ ਤੁਹਾਡੇ ਦਿਮਾਗ ਨੇ ਸੋਚਿਆ ਵੀ ਮੈਂ ਲਿਖਿਆ ਕਰਨਾ ਜੀ, ਇਹ ਫੈਸਲਾ ਤੁਸੀਂ ਕਦੋਂ? ਮੈਂ ਉਹੀ ਉਧਰ ਨੂੰ ਆ ਰਿਹਾ ਸੀਗਾ ਜਦੋਂ ਹੈਡਮਾਸਟਰ ਜੀਤ ਸਿੰਘ ਨੇ ਆਪਣੇ ਕਮਰੇ 'ਚ ਸੱਦਿਆ ਨਾ। ਹਾਂਜੀ। ਤੇ ਉਹਨੇ ਫਿਰ ਮੈਂ ਡਰ ਗਿਆ, ਉਮਰ ਸੀ ਡਰਨ ਵਾਲੀ ਵੀ, ਕਵਿਤਾ ਕਿੱਦਾਂ ਦੀ ਇਹਨੇ ਕਿੱਦਾਂ ਕਰਨੀ। ਉਹਨੇ ਮੈਨੂੰ ਫਿਰ ਕਵਿਤਾ ਦੇ ਨਿਯਮ ਕੋਲ ਬਿਠਾ ਕੇ ਦੱਸੇ। ਵਾਹ। ਤੋਲ ਤਕਾਂਤ ਕਹਿੰਦਾ ਕਵਿਤਾ ਤੱਕੜੀ ਵਾਂਗੂ ਤੋਲੀ ਦੀ ਆ। ਉਹ ਜਿਹੜੇ ਤੱਕੜੀ ਵਾਂਗੂ ਤੋਲਣੀ ਕਵਿਤਾ ਦੱਸੀ, ਪਿੰਗਲ ਦੇ ਕੁਛ ਨਿਯਮ ਦੱਸੇ, ਫਿਕਾ ਕੁਛ ਆਹ ਕਿਤਾਬਾਂ ਪੜ੍ਹੋ, ਫਿਰ ਕੋਈ ਵਿਸ਼ਾ ਕੁਛ ਇੱਦਾਂ ਦਾ ਹੋਣਾ ਚਾਹੀਦਾ ਜਿਹੜਾ ਪੂਰੇ ਸਮਾਜ ਨੂੰ ਤੁਸੀਂ ਤੁਹਾਨੂੰ ਲੁਕੋ ਕੇ ਨਾ ਕਵਿਤਾ ਰੱਖਣੀ ਪਵੇ। ਉਦੋਂ ਬਾਅਦ 'ਚ ਕਵਿਤਾ ਦੇ ਵਿੱਚ ਨਿਖਾਰ ਆਉਣਾ ਸ਼ੁਰੂ ਹੋਇਆ। ਠੀਕ। ਉਹ ਵਿਸ਼ੇ ਦੇ ਤੌਰ 'ਤੇ ਵੀ ਅਤੇ ਨਿਖਾਰ ਦੇ ਤੌਰ 'ਤੇ। ਫਿਰ ਮੈਂ ਸਮਝਦਾ ਤੁਕਬੰਦੀ ਦੀ ਕਵਿਤਾ ਬਣਨੀ ਸ਼ੁਰੂ ਹੋ ਗਈ। ਪਰ ਪਕਿਆਈ ਤਾਂ ਹਰ ਚੀਜ਼ ਦੀ ਉਮਰ ਦੇ ਨਾਲ ਆਉਂਦੀ ਆ। ਹਾਂਜੀ ਹਾਂਜੀ। ਔਰ ਪਹਿਲੀ ਕਿਤਾਬ ਮੇਰੀ ਜਿਹੜੀ ਛਪੀ 1986 ਦੇ ਵਿੱਚ ਛਪੀ ਸੀ, ਸੱਚ ਦੀ ਆਵਾਜ਼। ਇੱਥੋਂ ਤੋਂ ਪਹਿਲਾਂ ਵਾਲੀ ਕਿਤਾਬ ਹੈ 1986 ਦੇ ਵਿੱਚ ਛਪੀ ਸੀ, ਇੰਗਲੈਂਡ ਆ ਕੇ ਛਪੀ ਸੀਗੀ। ਠੀਕ ਹੈ। ਔਰ ਇਹ ਕਵਿਤਾ ਉਸ ਸਮੇਂ ਦੀ, ਐਕਸਕਿਊਜ਼ ਮੀ, ਸੱਚ ਦੀ ਆਵਾਜ਼ ਰਾਣਾ ਜੀ ਦੀ ਪਹਿਲੀ ਕਿਤਾਬ ਹੈ ਜਿਹੜੀ 1986 ਵਿੱਚ ਛਪੀ, ਔਰ ਇਹ ਬਹੁਤ ਮਕਬੂਲ ਹੋਈ ਦੱਸਿਆ ਜਾਂਦਾ। ਅਤੇ ਵੈਸੇ ਤਾਂ ਅਗਰ ਕਿਤਾਬਾਂ ਮੈਂ ਨਾ ਵੀ ਸ਼ੋਅ ਕਰਾਂ, ਜਿਹੜੀ ਕਵਿਤਾ ਉਹਨੇ ਸੁਣਾਈ ਆ ਜਾਂ ਜਿਹੜੀਆਂ ਕਵਿਤਾ ਉਹਨੇ ਗਾਹਾਂ ਸੁਣਾਉਣੀਆਂ, ਉਹਨਾਂ ਤੋਂ ਜਗ ਜ਼ਾਹਰ ਵਾਲੀ ਗੱਲ ਹੋ ਜਾਂਦੀ ਹੈ ਕਿ ਕਿੰਨੇ ਉੱਚ ਪਾਏ ਦੇ ਸੋਚਵਾਨ ਹਨ, ਕਵੀ ਹਨ। ਹਾਂਜੀ, ਗੱਲ। ਕਿਉਂਕਿ ਉਦੋਂ ਪੰਜਾਬ ਦੀ ਗੱਲ ਬਹੁਤ ਸੀ, ਅਸੀਂ ਤਾਜ਼ਾ ਪੰਜਾਬ ਨੂੰ ਛੱਡ ਕੇ ਆਏ ਸੀਗੇ, ਅਤੇ ਉਹਦੀ ਕਵਿਤਾ ਦੇ ਇਸ ਕਿਤਾਬ ਦੇ ਪਿਛਲੇ ਬੰਨੇ ਵੀ 2 ਲਾਈਨਾਂ ਲੱਗੀਆਂ ਹੋਈਆਂ। ਪੰਜਾਬ ਨੂੰ ਸੰਬੋਧਨ ਹੋ ਗਿਆ, ਤੇਰੇ ਲਈ ਲੜਾਂਗੇ ਜ਼ਰੂਰ, ਲੜਾਈ ਕਿੰਜ ਵੀ ਲੜੀਏ, ਬੇਸ਼ੱਕ ਕਲਮ ਅਸੀਂ ਹੋਈਏ ਅਤੇ ਬੇਸ਼ੱਕ ਕਲਮ ਅਸੀਂ ਫੜੀਏ। ਹਾਂ, ਠੀਕ। ਸੋ ਕਲਮ ਨਾਲ ਲੜਨ ਦੀ ਜਿਹੜੀ ਗੱਲ ਸੀ, ਜਾਂ ਕਲਮ ਦੇ ਲਈ, ਸੰਵਿਧਾਨ ਦੇ ਲਈ ਕਲਮ ਹੋਣ ਦੀ ਗੱਲ ਜਿਹੜੀ ਸੀ, ਇਹ ਜਿਹੜੀ ਕਵਿਤਾ 'ਚ ਗੱਲ ਮੇਰੀ 1986-85 ਤੋਂ ਹੋਣੀ ਸ਼ੁਰੂ ਹੋਈ ਆ। ਕਵਿਤਾ 'ਚ ਪੁਖਤਾਪਣਾ ਜਿਹੜਾ ਆਇਆ। ਰਾਣਾ ਸਾਹਿਬ, ਤੁਸੀਂ ਬਹੁਤ ਅੱਛੇ ਬੁਲਾਰੇ ਵੀ ਹੋ, ਸਟੇਜਾਂ 'ਤੇ ਬੋਲਦੇ ਹੋ, ਤੁਸੀਂ ਪੱਤਰਕਾਰ ਵੀ ਹੋ। ਜਿਹੜੀ ਕਵਿਤਾ ਆ, ਜਿਹੜੀ ਸ਼ਾਇਰੀ ਆ, ਉਹ ਜਿਹੜਾ ਕਵਿਤਾ ਲਿਖਣ ਵਾਲਾ ਆ, ਜਿਹੜਾ ਕਵੀ ਆ, ਉਹ ਬਹੁਤ ਸਾਰੀਆਂ ਗੱਲਾਂ ਬਹੁਤ ਥੋੜ੍ਹੇ ਟਾਈਮ 'ਚ ਕਹਿ ਜਾਂਦਾ, ਬਹੁਤ ਛੋਟੇ ਲਫ਼ਜ਼ਾਂ 'ਚ ਕਹਿ ਜਾਂਦਾ। ਤੁਸੀਂ ਬਹੁਤ ਸਾਰੀਆਂ ਗੱਲਾਂ ਆਪਣੀ ਕਵਿਤਾ 'ਚ ਕਹੀਆਂ ਜਿਹਨਾਂ ਨੂੰ ਲੈ ਕੇ ਬੰਦਾ ਕਿਤਾਬ ਲਿਖ ਸਕਦਾ। ਹਾਂ ਜੀ। ਤੁਹਾਨੂੰ ਇਹ ਹੁਨਰ ਬੇਸ਼ੱਕ ਤੁਹਾਡੇ ਹੈਡਮਾਸਟਰ ਕੋਲੋਂ ਮਿਲਿਆ, ਲੇਕਿਨ ਫਿਰ ਵੀ ਹਰ ਇਨਸਾਨ ਦੇ ਕੁਝ ਚਹੇਤੇ ਕਵੀ ਹੁੰਦੇ ਹਨ, ਕੋਈ ਸ਼ਾਇਰ ਹੁੰਦੇ ਹਨ ਜੀ, ਕੁਛ ਸੋਚਵਾਨ ਹੁੰਦੇ ਹਨ, ਜਿਨ੍ਹਾਂ ਤੋਂ ਬੰਦਾ ਹਮੇਸ਼ਾ ਸਿੱਖਦਾ। ਤੁਹਾਡੇ ਮਨਪਸੰਦ ਸ਼ਾਇਰ, ਕਵੀ, ਲੇਖਕ ਕੌਣ ਹੋਏ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਆ? ਪੜ੍ਹਿਆ ਬੜਾ ਅਸਲ 'ਚ ਮੈਂ ਗੱਲ ਕਹੂੰਗਾ, ਮੈਂ ਲਿਟਰੇਚਰ ਜਾਂ ਸਕੂਲ ਦੀਆਂ, ਕਾਲਜ ਦੀਆਂ ਕਿਤਾਬਾਂ ਤੋਂ ਇਲਾਵਾ ਪੜ੍ਹਨ ਦਾ ਮੈਨੂੰ ਸ਼ੌਂਕ ਹੈ, ਮੈਂ ਬਹੁਤ ਪੜ੍ਹਿਆ। ਠੀਕ। ਔਰ ਪੜ੍ਹਨ ਵਾਲੇ ਮੈਂ ਇੱਦਾਂ ਕਹਿੰਦਾ ਵੀ ਮੈਂ ਇਹ ਨਹੀਂ ਦੇਖਿਆ ਕਿ ਕਿਹਦਾ ਆ, ਜਿਹੜੀ ਚੀਜ਼ ਮੇਰੇ ਹੱਥ ਆ ਗਈ ਮੈਂ ਉਹਨੂੰ ਪੜ੍ਹੀ ਆ। ਇਹ ਆ ਵੀ ਉਹਨੂੰ ਕਿਸ ਹੱਦ ਤੱਕ ਖੁੱਭ ਕੇ ਪੜ੍ਹਿਆ, ਗੱਲ ਵੱਖਰੀ। ਪੰਜਾਬੀ ਦੇ ਜਿਹੜੇ ਨਾਮੀ ਵੱਡੇ ਲੇਖਕ ਆ, ਮੈਂ ਸਾਰੇ ਹੀ ਪੜ੍ਹੇ ਆ, ਕਰੀਬ ਆਪਣੇ ਸਮਕਾਲੀ ਵੀ ਮੈਂ ਪੜ੍ਹੇ ਆ। ਆਮ ਤੌਰ 'ਤੇ ਸਾਡੇ ਲੇਖਕ ਜਿਹੜੇ ਆ ਨਾ, ਉਹਨਾਂ 'ਚ ਰੁਚੀ ਨਹੀਂ ਰਹੀ ਪੜ੍ਹਨ ਦੀ। ਜਿਹੜੇ ਹੁਣ ਪੰਜਾਬੀ ਦੇ ਲੇਖਕ ਆ ਬਹੁਤੇ,
ਪੜ੍ਹਦੇ ਨਹੀਂ। ਮੈਂ ਪਹਿਲੀ ਗੱਲ ਕਹੂੰਗਾ ਇੱਥੋਂ ਜੀ ਕਾਂਸ਼ੀ TV ਦੇ ਰਾਹੀਂ ਕਿ ਪੜ੍ਹਨਾ ਸ਼ੁਰੂ ਕਰੋ। ਜਿਹੜੀਆਂ ਕੌਮਾਂ ਪੜ੍ਹਦੀਆਂ ਨਹੀਂ ਉਹ ਤਰੱਕੀ ਨਹੀਂ ਕਰਦੀਆਂ। ਸਹੀ ਗੱਲ, ਉਹਨਾਂ ਦਾ ਅਨੁਭਵ ਨਹੀਂ ਜਾਪਦਾ। ਔਰ ਮੈਂ ਇਸ ਗੱਲ ਨੂੰ ਕਾਂਸ਼ੀ TV ਦੀ ਗੱਲ ਕਹਿਣੀ, ਤੇ ਮੈਂ ਬੇਸ਼ੱਕ ਭਗਵਾਨ ਵਾਲਮੀਕ ਨਾਲ ਜੁੜ ਕੇ ਕਹਾਂ ਇਹ ਗੱਲ, ਬੇਸ਼ੱਕ ਗੁਰੂ ਨਾਨਕ ਨਾਲ ਜੁੜ ਕੇ ਕਹਾਂ, ਤੇ ਬੇਸ਼ੱਕ ਡਾਕਟਰ ਅੰਬੇਦਕਰ ਜੀ ਨਾਲ ਜੁੜ ਕੇ ਕਹਾਂ, ਪੜ੍ਹੋ, ਜੁੜੋ ਤੇ ਸੰਘਰਸ਼ ਕਰੋ। ਸਿਧਾਂਤ ਹੀ ਤਰੱਕੀ ਦਾ ਜ਼ਿੰਦਗੀ ਦਾ ਇਹ ਹੈ। ਜਦ ਤੱਕ ਤੁਸੀਂ ਪੜ੍ਹਦੇ ਨਹੀਂ ਤੁਸੀਂ ਜੁੜ ਨਹੀਂ ਸਕਦੇ। ਤੁਹਾਡੀ ਹਉਮੈ ਨਹੀਂ ਮਰਦੀ, ਅਨੁਭਵ ਨਹੀਂ ਜਾਗਦਾ, ਹਉਮੈ ਨਹੀਂ ਮਰਦੀ। ਜਦ ਤੱਕ ਅਨੁਭਵ ਨਹੀਂ ਜਾਗਦਾ ਉਦੋਂ ਤੱਕ ਹਉਮੈ ਨਹੀਂ ਮਰਦੀ, ਜੁੜ ਨਹੀਂ ਸਕਦੇ। ਪੜ੍ਹੋ, ਅਨੁਭਵ ਜਾਗੂਗਾ, ਫਿਰ ਜੁੜੋਗੇ। ਜਦੋਂ ਜੁੜੋਗੇ ਤਾਂ ਫਿਰ ਤੁਸੀਂ ਸੰਘਰਸ਼ ਆਪੇ ਕਰਨਾ ਪੈਣਾ, ਤੇ ਫਿਰ ਜਦੋਂ ਸੰਘਰਸ਼ ਕਰੋਗੇ ਫਿਰ ਤੁਹਾਡਾ ਜਿਹੜਾ ਆਉਣ ਵਾਲਾ ਭਵਿੱਖ ਰੋਸ਼ਨ ਹੋ ਜਾਣਾ ਹੈ। ਸੋ ਮੈਂ ਪੜ੍ਹਿਆ ਜ਼ਰੂਰ ਆ। ਮੈਂ ਭਗਵਾਨ ਵਾਲਮੀਕ ਜੀ ਸਾਡੀ ਪੂਰੀ ਕਾਇਨਾਤ ਦੇ, ਇਕੱਲੀ ਭਾਰਤ ਜਾਂ ਪੰਜਾਬ ਹੀ ਨਹੀਂ, ਪੂਰੀ ਦੁਨੀਆ ਦੇ ਸਭ ਤੋਂ ਪਹਿਲੇ ਮਹਾਕਵੀ ਹੋਏ ਆ। ਮੈਂ ਭਗਵਾਨ ਵਾਲਮੀਕ ਜੀ ਨੂੰ ਵੀ ਪੜ੍ਹਿਆ, ਠੀਕ ਹੈ, ਰਾਮਾਇਣ ਵੀ ਪੜ੍ਹੀ ਆ, ਤੇ ਉਹਨਾਂ ਦਾ ਯੋਗ ਵਿਸ਼ਿਸ਼ਟ ਵੀ ਪੜ੍ਹਿਆ। ਉੱਥੋਂ ਲੈ ਕੇ ਤਕਰੀਬਨ ਵੱਡੇ ਜਿਹੜੀ ਕਲਾਸਿਕੀ ਹੁੰਦੀ ਆ ਭਾਰਤੀ ਲਿਟਰੇਚਰ ਦੀ, ਉਹ ਵੀ ਸਾਰੀ ਪੜ੍ਹੀ ਆ। ਇਕੱਲੀ ਰਾਮਾਇਣ ਹੀ ਨਹੀਂ, ਮਹਾਭਾਰਤ ਵੀ, ਔਰ ਬਾਕੀ ਵੀ ਸਾਰੇ, ਉਹ ਸਾਰੇ ਪੜ੍ਹੇ ਆ। ਉਹਨਾਂ ਨੂੰ ਆਪਣੇ ਹਿਸਾਬ ਨਾਲ ਨਿਚੋੜਿਆ ਵੀ ਆ। ਔਰ ਉਹਨਾਂ ਦੇ ਕੀਤੇ ਹੋਏ ਅਲੱਥੇਬਾਜ਼ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ 10ਵੇਂ ਗ੍ਰੰਥ ਕੀਤੇ, ਉਹ ਵੀ ਸਾਰੇ ਪੜ੍ਹੇ ਆ। ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਵੀ ਕੀਤੀਆਂ, ਪੜ੍ਹੀਆਂ ਵੀ ਆ, ਸਮਝਣ ਦੀ ਕੋਸ਼ਿਸ਼ ਵੀ ਕੀਤੀ ਆ। ਡਾਕਟਰ ਅੰਬੇਦਕਰ ਜੀ ਨੂੰ ਮੈਂ ਕੋਸ਼ਿਸ਼ ਕੀਤੀ ਵੀ ਅੱਖਰ ਅੱਖਰ ਪੜ੍ਹਾਂ, ਕੁਛ ਰਹਿ ਗਿਆ ਹੋਊਗਾ ਪਰ ਮੈਂ ਪੜ੍ਹਿਆ ਆ। ਔਰ ਜਿਹੜੇ ਵੀ ਉਦੋਂ ਬਾਅਦ ਦੇ ਪੰਜਾਬੀ ਦੇ ਲੇਖਕਾਂ ਦੇ ਵਿੱਚੋਂ ਤੁਸੀਂ ਸਾਡਾ ਜਿਹੜਾ ਪੰਜਾਬੀ ਲਿਟਰੇਚਰ, ਜਿਹੜਾ ਨਵੀਨ ਪੰਜਾਬੀ ਲਿਟਰੇਚਰ ਆ, ਉਹ ਸ਼ੁਰੂ ਹੁੰਦਾ ਭਾਈ ਵੀਰ ਸਿੰਘ ਤੋਂ ਆਪਾਂ ਕਹਿੰਦੇ ਹਾਂ। ਭਾਈ ਵੀਰ ਸਿੰਘ, ਨਾਨਕ ਸਿੰਘ, ਉਦੋਂ ਬਾਅਦ 'ਚ ਜਿਹੜੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਕਵੀ ਸੀਗੇ, ਹੀਰਾ ਸਿੰਘ ਦਰਦ ਹੋ ਗਿਆ, ਬਦਾਤਾ ਸਿੰਘ ਤੀਰ ਹੋ ਗਿਆ, ਇਹ ਸਾਰੇ ਮੈਂ ਉਸ ਅੰਦਾਜ਼ 'ਚ ਹੀ ਪੜ੍ਹੇ। ਪਰ ਇਦੋਂ ਪਹਿਲਾਂ ਦੇ ਇਹਨੂੰ ਮੱਧਕਾਲੀ ਇਤਿਹਾਸ ਆਪਾਂ ਤੁਸੀਂ ਭਾਈਆ ਈਸ਼ਰ ਸਿੰਘ ਨੂੰ ਵੀ ਪੜ੍ਹਿਆ? ਭਾਈਆ ਈਸ਼ਰ ਸਿੰਘ ਤੇ ਚਰਨ ਸਿੰਘ ਸ਼ਹੀਦ, ਇਹ ਵੀ ਦੋਨੇ ਪੜ੍ਹੇ। ਔਰ ਕਿਸ਼ਨ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਮੈਂ ਬੜੇ ਨੇੜੇ ਹੋ ਕੇ ਪੜ੍ਹਿਆ। ਕਿਸ਼ਨ ਸਿੰਘ ਜੀ ਜਿਹੜੇ ਮਾਰਕਸਵਾਦੀ ਆਲੋਚਕ ਸੀਗੇ, ਬਹੁਤ ਤਕੜੇ, ਠੀਕ, ਜਿਨ੍ਹਾਂ ਨੇ ਗੁਰਬਾਣੀ ਨੂੰ ਵੀ ਮਾਰਕਸਵਾਦ ਦੇ ਦ੍ਰਿਸ਼ਟੀਕੋਣ ਦੇ ਨਾਲ ਦੇਖ ਕੇ ਉਹਦੀ ਗੱਲ ਕੀਤੀ ਆ। ਕਿਉਂਕਿ ਮੈਂ ਸੰਤ ਸਿੰਘ ਸ਼ੇਖੋ ਤੇ ਕਿਸ਼ਨ ਸਿੰਘ, ਮੈਂ ਕਿਸ਼ਨ ਸਿੰਘ ਨੂੰ ਪੜ੍ਹਿਆ। ਪਰ ਭਾਈਆ ਜਿਹੜੀ ਤੁਸੀਂ ਗੱਲ ਕਰ ਭਾਈਆ ਈਸ਼ਰ ਸਿੰਘ, ਉਹ ਹਾਸਰਸ ਕਵੀ ਚਰਨ ਸਿੰਘ ਸ਼ਹੀਦ, ਉਹਨਾਂ ਨੂੰ ਪੜ੍ਹਿਆ। ਮੈਂ ਇਸੇ ਕਰਕੇ ਸੀ ਕਿਉਂਕਿ ਜਦੋਂ ਨਾ ਆਪਾਂ ਗੱਲ ਕਰਦੇ ਹਾਂ ਭਾਈਆ ਈਸ਼ਰ ਸਿੰਘ ਦੀ ਤਾਂ ਆਟੋਮੈਟਿਕ ਮੁਸਕਾਨ ਆ ਜਾਂਦੀ। ਬਿਲਕੁਲ। ਔਰ ਜਿਹੜਾ ਸਾਡਾ ਭਾਰਤ ਦਾ ਮੱਧਕਾਲੀ ਇਤਿਹਾਸ ਆਪਾਂ ਕਹਿ ਲੈਂਦੇ ਹਾਂ, ਹਾਂਜੀ, 16ਵੀਂ 17ਵੀਂ ਦੇ, ਜਿਨ੍ਹਾਂ 'ਚ ਕਿੱਸਾ ਕਾਵਿ ਜ਼ਿਆਦਾ ਮਸ਼ਹੂਰ ਹੈ, ਜਿਹਦੇ 'ਤੇ ਵਾਰਸ ਆ ਜਾਂਦਾ, ਦਮੋਦਰ ਆ ਜਾਂਦਾ, ਹਾਸਮ ਆ ਜਾਂਦਾ, ਹੁਸੈਨ ਆ ਜਾਂਦਾ, ਬੁੱਲੇ ਆ ਜਾਂਦਾ ਆ। ਤਕਰੀਬਨ ਮੈਂ ਕੋਸ਼ਿਸ਼ ਕੀਤੀ ਹੈ, ਅਹਿਮਦ ਜਾਰ, ਸਾਰਿਆਂ ਨੂੰ ਪੜ੍ਹਾਂ। ਔਰ ਸਾਰਿਆਂ ਨੂੰ ਪੜ੍ਹਾਂ, ਅਤੇ ਜੇ ਤੁਸੀਂ ਕਦੇ ਮੇਰੀ ਕੋਈ ਕਵਿਤਾ ਦੇਖੋਗੇ, ਕਿਤਾਬ ਦੇਖੋ, ਤੁਹਾਨੂੰ ਉਹਦੇ 'ਚੋਂ ਝਲਕ ਵੀ ਦਿਸੂਗੀ ਕਿ ਉਹ ਕਿਸੇ ਦੀ ਝਲਕ ਆ ਰਹੀ ਹੈ, ਉਹਦੀ ਆ ਰਹੀ ਆ। ਖਾਸ ਕਰਕੇ ਮੇਰੀ ਕਿਤਾਬ ਹੈ ਸਾਡੇ ਸਮਿਆਂ ਦਾ ਪੰਜਾਬ, ਬੜੀ ਮਸ਼ਹੂਰ ਕਿਤਾਬ ਹੋਈ ਕਵਿਤਾ ਦੀ। ਅੱਜ ਦੇ ਸਮੇਂ 'ਚ ਕਿਸੇ ਕਵਿਤਾ ਦੀ ਕਿਤਾਬ ਦੇ 9 ਐਡੀਸ਼ਨ ਛਪ ਜਾਣੇ ਬਹੁਤ ਵੱਡੀ ਗੱਲ ਹੁੰਦੀ ਆ। ਹਾਂਜੀ, ਹਾਂਜੀ। ਔਰ ਇਹ ਤੁਹਾਡੇ ਕੋਲ ਵੀ ਇੱਕ ਐਡੀਸ਼ਨ ਕਾਰਡ, ਮੇਰੇ ਕੋਲ ਵੀ ਇੱਕ ਐਡੀਸ਼ਨ, ਹਾਂਜੀ, ਤੁਸੀਂ ਵੀ ਦਿਖਾਓ, ਬੇਸ਼ੱਕ ਉਹ ਵੱਖਰਾ ਐਡੀਸ਼ਨ ਹੈ, ਵੱਖਰਾ ਐਡੀਸ਼ਨ ਹੈ। ਔਰ ਇਹਦੇ 9 ਐਡੀਸ਼ਨ ਛਪੇ ਆ। ਇਹ ਕਿਤਾਬ ਬਾਅਦ 'ਚ ਸ਼ਾਹਮੁਖੀ 'ਚ ਵੀ ਹੋਈ ਆ, ਲਾਹੌਰ ਅਦਬੀ ਬੋਰਡ ਨੇ ਛਾਪੀ। ਔਰ ਇਹੀ ਕਿਤਾਬ ਬਾਅਦ 'ਚ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਡਾਕਟਰ ਜਗਤਾਰ ਧਮਾਨ ਜੀ, ਉਹਨਾਂ ਨੇ ਇੰਗਲਿਸ਼ ਕਰਕੇ ਵੀ ਛਾਪੀ ਆ, ਪੰਜਾਬ ਡਾਟਾਵਾਜ। ਮੈਂ ਇੱਕ ਗਜ਼ਲ ਲਿਖੀ ਸੀਗੀ, ਹਾਂਜੀ, ਉਹਦਾ ਇੱਕ ਸ਼ੇਰ ਸੀਗਾ, ਜੇ ਲਿਖਣਾ ਚਾਹੁੰਦਾ ਸੱਜਣਾ ਪੜ੍ਹਿਆ ਕਰ, ਲਿਖਣਾ ਸਿੱਖ ਜਾਏ। ਕਿਆ ਬਾਤ ਹੈ, ਕਿਆ ਬਾਤ ਹੈ। ਹਾਂਜੀ, ਜਿਹੜੀ ਪੜ੍ਹਾਈ ਆ ਇਹ ਬਹੁਤ ਜ਼ਰੂਰੀ ਆ। ਜਿਹੜਾ ਬੰਦਾ ਪੜ੍ਹਦਾ ਨਹੀਂ ਉਹ ਲਿਖ ਨਹੀਂ ਸਕਦਾ ਜੀ। ਜ਼ਰੂਰ ਜਿਹੜਾ ਬੰਦਾ ਲਿਖਦਾ ਉਹ ਪੜ੍ਹੇ ਜ਼ਰੂਰ, ਨਹੀਂ ਤਾਂ ਉਹਦੀ ਲੇਖਣੀ ਵਿੱਚ ਉਹ ਤਾਕਤ ਨਹੀਂ ਆ ਸਕਦੀ, ਗੱਲ ਬਣਦੀ ਨਹੀਂ। ਸਹੀ। ਤੇ ਹੁਣ ਆਪਾਂ ਅੱਗੇ ਤੁਰਨ ਤੋਂ ਪਹਿਲਾਂ ਇੱਕ ਕਵਿਤਾ ਹੋਰ ਹੋ ਜਾਏ। ਕਵਿਤਾ ਤੁਸੀਂ ਗੱਲ ਕਰਦੀ, ਇਸ਼ਾਰੇ ਮਾਤਰ ਤੁਸੀਂ ਗੱਲਾਂ ਕੀਤੀਆਂ ਵੀ ਤੁਸੀਂ ਨਾ, ਤੁਹਾਡੀ ਲੈਕਚਰ 'ਚ ਵੀ, ਕਵਿਤਾ 'ਚ ਵੀ ਇੱਕ ਤਰ੍ਹਾਂ ਦੀ ਇੱਕ ਸੇਧ ਹੁੰਦੀ, ਇੱਕ ਫਲਸਫਾ ਹੁੰਦਾ। ਬਿਲਕੁਲ ਬਿਲਕੁਲ ਬਿਲਕੁਲ। ਔਰ ਮੈਂ ਉਸ ਸੇਧ ਵਾਲੀ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਲੈਂਦਾ। ਜ਼ਰੂਰ ਜ਼ਰੂਰ ਜ਼ਰੂਰ। ਸਮਾਜ ਦੀ ਕਵਿਤਾ ਆ, ਵੱਖ-ਵੱਖ ਪੱਖਾਂ ਦੇ ਉੱਤੇ ਆ। ਹਾਂਜੀ। ਅੱਤ ਤੇ ਅੰਤ, ਮੈਂ ਕਿਹਾ ਵੀ ਜਿੱਥੇ ਅੱਤ ਆ ਜਾਂਦੀ ਉੱਥੇ ਅੰਤ ਆ ਜਾਂਦਾ। ਠੀਕ। ਪਰ ਉਦਾਹਰਨ ਮੈਂ ਇੱਦਾਂ ਕੀਤਾ, ਬਾਪੂ ਦੀ ਘੂਰੀ ਕੋਲੋਂ ਜਿੰਨਾ ਕੁਝ ਸਿੱਖਿਆ ਨਹੀਂ, ਉਹ ਮਹਿੰਗੇ ਮੁੱਲ ਸਿੱਖਦੇ ਜ਼ਮਾਨੇ ਦੀਆਂ ਮਾਰਾਂ ਤੋਂ। ਵਾਹ ਵਾਹ, ਕੀ ਬਾਤ ਹੈ। ਠੀਕ ਹੈ। ਬਾਪੂ ਦੀ ਘੂਰੀ ਕੋਲੋਂ ਜਿੰਨਾ ਕੁਝ ਸਿੱਖਿਆ ਨਹੀਂ, ਉਹ ਮਹਿੰਗੇ ਮੁੱਲ ਸਿੱਖਦੇ ਜ਼ਮਾਨੇ ਦੀਆਂ ਮਾਰਾਂ ਤੋਂ। ਮਾਂ ਦੀ ਅਸੀਸ ਜਿਸ ਮੱਥੇ ਦਾ ਨਸੀਬ ਨਹੀਂ ਉਹ ਮੱਥੇ ਵਿੱਚ ਫੱਟ ਖਾਂਦੀ 30 ਤਲਵਾਰਾਂ ਤੋਂ। ਜਿੰਦਰ ਨੇ ਜੋ ਕੁਝ ਸਿੱਖਣਾ ਮਾਂ ਬਾਪ ਦੇ ਗੋਡਿਆਂ ਕੋਲ ਬੈਠ ਕੇ ਸਿੱਖ ਲਵੇ ਨਾ, ਹਾਂਜੀ, ਤਾਂ
ਤੋ ਜਿੰਨਾ ਦੁਨੀਆ ਦਾ ਗਿਆਨ ਆ ਹੁਣ ਧੱਕੇ ਨਹੀਂ ਖਾਣੇ ਪੈਂਦੇ, ਬਾਹਰੋਂ ਧੱਕੇ ਨਹੀਂ ਖਾਣੇ ਪੈਂਦੇ ਹੈਗੇ। ਤੇ ਮੈਂ ਦੁਬਾਰਾ ਦੁਹਰਾ ਕੇ ਇਹ ਗੱਲ ਕਹਿੰਦਾ, ਬਾਪੂ ਦੀ ਘੂਰੀ ਕੋਲੋਂ ਜਿੰਨਾ ਕੁਝ ਸਿੱਖਿਆ ਨਹੀਂ ਉਹ ਮਹਿੰਗੇ ਮੁੱਲ ਸਿੱਖਦੇ ਜ਼ਮਾਨੇ ਦੀਆਂ ਮਾਰਾਂ ਤੋਂ। ਮਾਂ ਦੀ ਅਸੀਸ ਜਿਸ ਮੱਥੇ ਦਾ ਨਸੀਬ ਨਹੀਂ ਉਹ ਮੱਥੇ ਵਿੱਚ ਫੱਟ ਖਾਂਦੇ ਤੀਰਾਂ ਤਲਵਾਰਾਂ ਤੋਂ। ਪਿਓ ਦੀਆਂ ਗਾਲਾਂ ਸਦਾ ਘਿਓ ਦੀਆਂ ਨਾਲਾਂ ਹੁਣ, ਗੁੱਸਾ ਨਹੀਂ ਉਹ ਹੁੰਦਾ ਕਦੇ ਮਾਂ ਦੇ ਥਪੇੜੇ ਦਾ। ਸਮਤੁਲ ਜ਼ਿੰਦਗੀ ਜਿਉਣ ਵਾਲੇ ਜਾਣਦੇ ਨੇ ਅੱਤ ਅਤੇ ਅੰਤ ਦਾ ਹੈ ਨਾਤਾ ਬੜਾ ਨੇੜੇ ਦਾ। ਇਹਦਾ ਅਗਲਾ ਬੰਦਾ ਜੀ ਅੱਤ ਦੇ ਅੰਤ ਦੀ ਗੱਲ ਕਰਦੇ ਆ। ਬਹੁਤਾ ਨਾ ਮੀਂਹ ਚੰਗਾ, ਮਾੜੀ ਤਿੱਖੀ ਧੁੱਪ ਹੁੰਦੀ। ਅੱਤ ਵਾਲੇ ਬੋਲ ਬੁਰੇ, ਬੁਰੀ ਵਾਲੀ ਚੁੱਪ ਹੁੰਦੀ। ਸੱਥ ਵਿੱਚ ਬਹਿਣ ਵਾਲੇ ਦੱਸਦੇ ਨੇ ਖਹਿਣ ਵਾਲੇ, ਜੁੱਤੀ ਨਾਲ ਮਿਲਦਾ ਜਵਾਬ ਦਾਰੂ ਖੇੜੇ ਦਾ। ਸਮਤੁਲ ਜ਼ਿੰਦਗੀ ਜਿਉਣ ਵਾਲੇ ਜਾਣਦੇ ਨੇ ਅੱਤ ਅਤੇ ਅੰਤ ਦਾ ਹੈ ਨਾਤਾ ਬੜਾ ਨੇੜੇ ਦਾ। ਹੱਦੋਂ ਵੱਧ ਨੀਂਦ ਬੁਰੀ, ਬੁਰਾ ਬਹੁਤਾ ਜਾਗਣਾ ਵੀ। ਹੱਦੋਂ ਵੱਧ ਨੀਂਦ ਬੁਰੀ, ਬੁਰਾ ਬਹੁਤਾ ਜਾਗਣਾ ਵੀ। ਲਾਲਚ ਬਲਾ ਬੁਰੀ, ਬੁਰਾ ਬਹੁਤਾ ਤਿਆਗਣਾ ਵੀ। ਸੱਚ ਆਖਦੇ ਮਲਾ, ਡੂੰਘੇ ਪਾਣੀਆਂ ਦੇ ਰਾਹ ਡੁੱਬਣਾ ਯਕੀਨੀ। ਇੱਕ ਪਾਸੇ ਭਾਰੂ ਬੇੜੇ ਦਾ। ਸਮਤੁਲ ਜ਼ਿੰਦਗੀ ਜਿਉਣ ਵਾਲੇ ਜਾਣਦੇ ਨੇ ਅੱਤ ਅਤੇ ਅੰਤ ਦਾ ਨਾਤਾ ਬੜਾ ਨੇੜੇ ਦਾ। ਭੁੱਖੋਂ ਵੱਧ ਖਾਣਾ ਮਾੜਾ, ਭੁੱਖੋਂ ਵੱਧ ਖਾਣਾ ਮਾੜਾ। ਮਾੜੀ ਬਹੁਤੀ ਭੁੱਖ ਵੀ, ਬਹੁਤਾ ਦੁੱਖ ਸਹਿਣਾ ਔਖਾ। ਬੁਰਾ ਬਹੁਤਾ ਸੁੱਖ ਵੀ, ਮਿੱਠਾ ਖਾਧਾ ਹੱਦੋਂ ਵੱਧ ਬਣ ਜਾਂਦਾ ਰੋਗ ਜਦ। ਕੌੜਾ ਕੌੜਾ ਜਾਪਦਾ ਸਵਾਦ ਲੱਡੂ ਪੇੜੇ ਦਾ। ਸਮਤੁਲ ਜ਼ਿੰਦਗੀ ਜਿਉਣ ਵਾਲੇ ਜਾਣਦੇ ਨੇ ਅੱਤ ਅਤੇ ਅੰਤ ਦਾ ਨਾਤਾ ਬੜਾ ਨੇੜੇ ਦਾ। ਆਖਰੀ ਬੰਦ ਕਰ ਲੈਂਦੇ ਜੀ। ਹੱਦੋਂ ਵੱਧ ਲਾਡ ਮਾੜਾ, ਹੱਦੋਂ ਵੱਧ ਲਾਡ ਮਾੜਾ। ਮਾੜਾ ਬਹੁਤਾ ਘੂਰਨਾ ਵੀ, ਠੀਕ। ਹੱਦੋਂ ਵੱਧ ਲਾਡ ਮਾੜਾ, ਮਾੜਾ ਬਹੁਤਾ ਘੂਰਨਾ ਵੀ। ਬਹੁਤੀ ਟੱਪੂ ਮਾੜੀ, ਮਾੜਾ ਬਹੁਤਾ ਝੂਰਨਾ ਵੀ। ਤੋਲ ਤੋਲ ਬੋਲਦੇ ਨੇ ਸਿਆਣੇ ਬੋਲ ਤੋਲਦੇ ਨੇ। ਖੋਲ ਦੱਸੇ ਰਾਣਾ ਤੱਤ ਜੋ ਨਵੇੜੇ ਦਾ। ਸਮਤੁਲ ਜ਼ਿੰਦਗੀ ਜਿਉਣ ਵਾਲੇ ਜਾਣਦੇ ਨੇ ਅੱਤ ਤੇ ਅੰਤ ਦਾ ਹੈ ਨਾਤਾ ਬੜਾ ਨੇੜੇ ਦਾ। ਬਹੁਤ ਤਸੱਲੀ ਬਖਸ਼ ਤੁਸੀਂ ਤੱਤ। ਇਹਦਾ ਇੱਕ ਬੰਦ ਹੋਰ ਕਹਿ ਦਿਆਂ, ਜ਼ਰੂਰ ਕਹੋ, ਬਹੁਤ ਅੱਛਾ। ਵੱਸੋ ਵੱਲ ਆਵੇ ਸ਼ਾਹ, ਹਾਂ ਜੇ ਕਦੇ ਪਿੰਡ ਵੱਲ ਕਹਿੰਦੇ ਸ਼ਾਹ ਆ ਗਿਆ। ਵੱਸੋ ਵੱਲ ਆਵੇ ਸ਼ਾਹ, ਉਹਦਾ ਰਾਖਾ ਰੱਬ ਹੁੰਦਾ। ਸ਼ਾਹ ਤਾਂ ਆਪਾਂ ਪਿੰਡਾਂ ਦੇ ਨਾਲ ਸਾਰੇ ਜਾਣਦੇ ਹੀ ਆ, ਛੋਟੇ ਹੁੰਦੇ। ਵੱਸੋ ਵੱਲ ਆਵੇ ਸ਼ਾਹ, ਉਹਦਾ ਰਾਖਾ ਰੱਬ ਹੁੰਦਾ। ਕੀੜਿਆਂ ਦੇ ਉੱਗੇ ਖੰਭ ਮੌਤ ਦਾ ਸਬੱਬ ਹੁੰਦਾ। ਲਾ ਕੇ ਜੋ ਕਰੇ ਗੱਲ ਸੀਨੇ ਵਿੱਚ ਲਾਵੇ ਸੱਲ, ਲਾ ਕੇ ਜੋ ਕਰੇ ਗੱਲ ਸੀਨੇ ਵਿੱਚ ਲਾਵੇ ਸੱਲ। ਰਸਤਾ ਜੇ ਰੋਕੇ ਸੱਪ ਰੋੜਿਆਂ ਨਾ ਰੇੜੇ ਦਾ, ਰਸਤਾ ਜੇ ਰੋਕੇ ਸੱਪ ਰੋੜਿਆਂ ਨਾ ਰੇੜੇ ਦਾ। ਸਮਤਲ ਜ਼ਿੰਦਗੀ ਜਿਉਣ ਵਾਲੇ ਜਾਣਦੇ ਨੇ ਅੱਤ ਤੇ ਅੰਤ ਦਾ ਹੈ ਨਾਤਾ ਬੜਾ ਨੇੜੇ ਦਾ। ਖੈਰ ਇੱਥੇ ਬਹੁਤ ਖੂਬ। ਅੱਛਾ, ਆਪਾਂ ਕਵਿਤਾ ਦੇ ਰੁਕ ਵਿੱਚ ਗੁਜ਼ਰ ਰਹੇ ਹਾਂ। ਹਾਂਜੀ। ਇੱਥੇ ਮੈਂ ਗੱਲ ਜ਼ਰੂਰ ਪੁੱਛਣੀ ਚਾਹੁੰਦਾ ਕਿ ਤੁਸੀਂ ਪਹਿਲੀ ਵਾਰੀ 87 ਵਿੱਚ ਪਾਕਿਸਤਾਨ ਗਏ ਜੀ। ਮੈਂ ਤੁਹਾਡੀਆਂ ਲਿਖਤਾਂ ਵਿੱਚ ਪੜ੍ਹਿਆ ਕਿ ਉਹ ਤੁਹਾਡਾ ਜਿਹੜਾ ਦੌਰਾ ਸੀਗਾ ਪਾਕਿਸਤਾਨ ਦਾ ਜੀ, ਉਹ ਤੁਹਾਡੀ ਜ਼ਿੰਦਗੀ ਦੇ ਬਹੁਤ ਨੇੜੇ, ਬਹੁਤ ਸਾਰੇ ਵਧੀਆ ਤਜਰਬੇ। ਜੋ ਪਹਿਲੀ ਵਾਰੀ ਕੋਈ ਤਜਰਬਾ ਹੁੰਦਾ ਉਹਦੀ ਇੱਕ ਉਹਦੀ ਮਹਾਨਤਾ ਹੋਰ ਵੀ ਬਾਰ ਜਾਣਨਾ। ਫਿਰ ਗੱਲਾਂ ਸਿੱਖਦਾ ਤਾਂ ਜ਼ਰੂਰ ਹੈ, ਲੇਕਿਨ ਜਿਹੜਾ ਪਹਿਲਾ ਜਾਇਆ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ, ਉਹ ਵੱਖਰੀ। ਤੁਹਾਡਾ ਕਿਹੋ ਜਿਹਾ ਤਜਰਬਾ ਰਿਹਾ ਉੱਥੇ, ਖਾਸ ਤੌਰ 'ਤੇ ਜਿਹੜਾ ਕਵੀ ਦਰਬਾਰ ਤੁਸੀਂ? ਹਾਂਜੀ ਬਿਲਕੁਲ, ਕਿਉਂਕਿ ਉਹ ਯਾਤਰਾ ਸੀ ਗੁਰਦੁਆਰਿਆਂ ਦੀ। ਠੀਕ ਹੈ। ਸੰਤ ਬਾਬਾ ਹਰਬੰਸ ਸਿੰਘ ਡਮੇਲੀ ਵਾਲੇ ਲੈ ਕੇ ਗਿਆ ਸੀ ਯਾਤਰਾ, ਇੱਥੋਂ ਉਹਨਾਂ ਦੇ ਨਾਲ ਗਿਆ ਸੀ। ਤੇ ਸਬੱਬ ਜਿਹੜਾ ਉੱਧਰੋਂ ਜਥਾ ਸ਼੍ਰੋਮਣੀ ਕਮੇਟੀ ਦਾ ਆਇਆ ਸੀ, ਉਹਦੇ 'ਚ ਬਾਬਾ ਭੇਲਾ ਜੀ ਆਏ ਸੀ, ਸਾਡੇ ਪਿੰਡ ਵਾਲੇ ਸੀਗੇ। ਠੀਕ ਹੈ। ਬੜੇ ਵੱਡੇ ਵਿਦਵਾਨ। ਤੇ ਮੈਨੂੰ 2 ਵਿਦਵਾਨਾਂ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਮੈਂ ਉਹ ਯਾਦ ਦੇ ਵਿੱਚ ਲਿਖ ਵੀ ਦਿਆ ਆ। ਕਿਤਾਬ ਨਨਕਾਣਾ ਸਾਹਿਬ ਐਸੇ ਸਾਲ 'ਚ ਆ ਜਾਣੀ ਆ। ਠੀਕ। ਮੈਂ ਉਹ ਯਾਤਰਾ ਦੇ ਉੱਤੇ ਕਿਤਾਬ ਲਿਖ ਰਿਹਾ ਹੈਗਾ। ਤੇ ਤੁਸੀਂ ਚਲੋ ਸਵਾਲ ਕਰ ਲਿਆ, ਹੁਣ ਮੇਰੀਆਂ ਕਈ ਯਾਦਾਂ ਹੋਰ ਤਾਜ਼ੀਆਂ ਹੋ ਗਈਆਂ। ਜਦੋਂ ਉੱਥੇ ਪਹਿਲੀ ਵਾਰੀ ਗਿਆ ਤੇ ਮੇਰੇ ਲਈ ਲਾਹੌਰ ਦੇ ਵਿੱਚ ਪ੍ਰੋਫੈਸਰ ਜੁਨੈਦ ਅਕਰਮ, ਲਾਹੌਰ ਦਾ ਜਿਹੜਾ ਕਾਲਜ ਹੈ ਗਵਰਨਮੈਂਟ ਕਾਲਜ, ਉੱਥੇ ਉਹ ਇੰਗਲਿਸ਼ ਦਾ ਪ੍ਰੋਫੈਸਰ ਹੁੰਦਾ ਸੀ। ਠੀਕ ਹੈ। ਉਸ ਪ੍ਰੋਫੈਸਰ ਜੁਨੈਦ ਅਕਰਮ ਜੀ ਨੇ ਉਹ ਫਕੀਰ ਮੁਹੰਮਦ ਫਕੀਰ, ਜਿਨ੍ਹਾਂ ਦਾ ਲਿਖਿਆ ਹੋਇਆ ਪੰਜਾਬੀ ਬੋਲੀ ਦੇ ਬਾਰੇ ਟੋਟਕਾ ਜਿਹੜਾ ਆ ਅਸੀਂ ਸਾਰੇ ਕਹਿੰਦੇ ਉਹ ਮਾਂ ਬੋਲੀ ਜੇ ਭੁੱਲ ਜਾਵੋਗੇ ਕੱਖਾਂ ਵਾਂਗੂ ਰੋਲ ਜਾਵੇਗਾ, ਉਹ ਫਕੀਰ ਮੁਹੰਮਦ ਫਕੀਰ ਦਾ ਲਿਖਿਆ। ਉਹਨੂੰ ਬਾਬਾ ਇਹ ਪੰਜਾਬੀ ਕਹਿੰਦੇ ਪਾਕਿਸਤਾਨ 'ਚ। ਠੀਕ। ਉਹਦਾ ਦੋਹਤਾ ਸਕਾ ਪ੍ਰੋਫੈਸਰ ਜੁਨੈਦ ਅਕਰਮ ਜਿਹੜਾ ਆ, ਉਹਨੇ ਮੇਰੇ ਲਈ ਕਵੀ ਦਰਬਾਰ ਰੱਖਿਆ ਸੀਗਾ। ਉਹਦੇ ਵਿੱਚ ਬੜੇ ਵੱਡੇ ਨਾਮ ਨੇ ਵਾਲੇ ਸਿਬਤੁਲ ਹਸਨ ਜੈਗਮ, ਜਿੱਦਾਂ ਦਾ ਅਸੀਂ ਭਾਈ ਵੀਰ ਸਿੰਘ ਦਾ ਨਾਮ ਲੈਂਦੇ ਉੱਦਾਂ ਦਾ ਸਿਬਤੁਲ ਹਸਨ ਜੈਗਮ ਦਾ ਨਾਮ ਪਾਕਿਸਤਾਨ ਦੇ ਵਿੱਚ। ਉਹਦੇ 'ਚ ਲਹਿਰਾ ਮੈਗਜ਼ੀਨ ਦੇ ਐਡੀਟਰ ਜਿਹੜੇ ਸੀਗੇ ਉਹ ਸ਼ਾਮਲ ਹੋਏ, ਹੋਰ ਵੱਡੇ ਕਵੀ ਸ਼ਾਮਲ ਹੋਏ। ਤੇ ਉਹਨਾਂ ਨੇ ਵੀ ਆਪਣਾ ਸੁਣਾਇਆ। ਤੇ ਪਾਕਿਸਤਾਨ ਦੇ ਵਿੱਚ ਇੱਕ ਗੱਲ ਜਿਹੜੀ ਆ ਕੇ ਮੈਂ ਨਵੀਂ ਦੇਖੀ, ਉਹ ਮਹਿਫਲ ਲਾ ਕੇ ਥੱਲੇ ਇੱਦਾਂ ਬੈਠ ਜਾਂਦੇ ਚੌਂਕੜਾ ਲਾ ਕੇ, ਤੇ ਵਿੱਚ
ਝੁਕਦੀ ਚੱਲ ਰਹੀ ਹੈ, ਸਮਝ ਚੱਲ ਰਹੀ ਆ, ਤੇ ਉਹਨਾਂ ਨੇ ਆਲੇ ਦੁਆਲੇ ਤੇ ਖਾਣ ਪੀਣ ਦਾ ਸਮਾਨ ਵੀ ਵਿੱਚ ਰੱਖਿਆ ਤੇ ਵਾਰੀ ਇੱਦਾਂ ਮੈਕ ਮੂਹਰੇ ਕਰੀ ਜਾਂਦੇ ਆ। ਤੇ ਉਹਨਾਂ ਨੇ ਆਪ ਦਾ ਵੀ ਕੁਝ ਸੁਣਾਇਆ ਥੋੜਾ, ਪਰ ਮੈਂ ਕਿਉਂਕਿ ਉਚੇਚੇ ਤੌਰ ਤੇ ਮੇਰੇ ਲਈ ਰੱਖਿਆ ਸੀਗਾ, ਸੋ ਮੈਨੂੰ ਉਹਨਾਂ ਨੇ ਖੁੱਲ੍ਹਾ ਟਾਈਮ ਦਿੱਤਾ ਤੇ ਮੈਂ ਪਹਿਲੀ ਵਾਰੀ ਉੱਥੇ ਸਾਡੇ ਸਮਿਆਂ ਦਾ ਪੰਜਾਬ ਜਿਹੜਾ ਮੇਰਾ ਕਾਵਿ ਸੰਗ੍ਰਹਿ ਹੈ ਉਹਦੀਆਂ ਕਵਿਤਾਵਾਂ ਸੁਣਾਈਆਂ ਉੱਥੇ, ਛੋਟੀਆਂ ਕਵਿਤਾਵਾਂ, ਲੰਬੀਆਂ ਕਵਿਤਾਵਾਂ ਸਾਡੇ ਸਮੇਂ ਦੇ ਪੰਜਾਬ ਦੀਆਂ। ਉਹਦੇ 'ਚ ਖਾਸ ਕਰਕੇ ਜਿਹੜੀ ਕਿਤਾਬ ਬੋਹੜਾਂ ਦੀ ਸ਼ਾਮ, ਬੋਹੜ ਦੀ ਸ਼ਾਮ ਆ, ਜਾਂ ਜਿਹੜੀ ਕਵਿਤਾ ਹੈਗੀ ਨਾਨਕ ਦਾ ਪੰਜਾਬ ਆ, ਜਾਂ ਜਿਹੜੀ ਕਵਿਤਾ ਪ੍ਰਦੂਸ਼ਣ ਬਾਰੇ ਆ, ਜਾਂ ਜਿਹੜੀ ਕਵਿਤਾ ਹੈਗੀ ਪੰਜਾਬ ਦੇ ਟੁੱਟਣ ਬਾਰੇ 'ਚ, ਉਹ ਕਵਿਤਾਵਾਂ ਉਹਨਾਂ ਨੇ ਦੁਹੱਥੜਾ ਮਾਰ ਕੇ ਸੁਣੀਆਂ, ਰੋਏ ਵੀ, ਅੱਖਾਂ 'ਚ ਅਥਰੂ ਵੀ ਨਿਕਲੇ, ਹਾਸੇ ਵੀ, ਕਹਿ ਕੇ ਵੀ ਮਾਰੇ, ਸ਼ਾਬਾਸ਼ੀ ਵੀ ਦਿੱਤੀ। ਤੇ ਮੈਨੂੰ ਲੱਗਾ ਕਿ ਮੇਰੀ ਕਵਿਤਾ ਪ੍ਰਵਾਨ ਹੋ ਗਈ। ਤੇ ਉਸ ਤੋਂ ਬਾਅਦ 'ਚ ਹੀ ਉਹਨਾਂ ਨੇ ਮੇਰੀ ਉਹ ਕਿਤਾਬ ਉੱਥੇ ਜਿਹੜੀ ਸਾਡੇ ਸਮੇਂ ਦਾ ਪੰਜਾਬ ਸੀ ਉਹਨੂੰ ਸ਼ਾਹਮੁਖੀ 'ਚ ਵੀ ਕੀਤਾ। ਤੇ 2002 ਦੇ ਵਿੱਚ ਉਹ ਕਿਤਾਬ ਸਿਬਤਲ ਹਸਨ ਜੈਗਮ ਨੇ ਮੁੱਖ ਬੰਦ ਲਿਖਿਆ, ਔਰ 5 ਪਾਣੀ ਮੈਗਜ਼ੀਨ ਦਾ ਐਡੀਟਰ ਸੀਗਾ ਸਾਕਬ, ਪ੍ਰੋਫੈਸਰ ਸਾਕਬ, ਉਹਨੇ ਉਹਦਾ ਪੰਜਾਬੀ ਤੋਂ, ਗੁਰਮੁਖੀ ਤੋਂ, ਸ਼ਾਹਮੁਖੀ 'ਚੋਂ ਲੱਥਾ ਕੀਤਾ ਤੇ ਉਹ ਕਿਤਾਬ ਛਾਪੀ। ਤੇ 2002 ਦੇ ਵਿੱਚ ਲਾਹੌਰ ਪ੍ਰੈਸ ਕਲੱਬ 'ਚ ਉਹ ਕਿਤਾਬ ਰਿਲੀਜ਼ ਕੀਤੀ ਗਈ, ਉਦੋਂ ਵੀ ਮੈਂ ਗਿਆ ਸੀਗਾ। ਸੋ ਮੇਰੇ ਲਈ ਉਹ ਆਪਣੀ ਇੱਕ ਤਰ੍ਹਾਂ ਦੀ ਯਾਦਗਾਰੀ ਗੱਲ ਆ। ਤੇ ਮੈਂ ਪਹਿਲਾ ਰਾਈਟਰ ਸੀ ਸ਼ਾਇਦ 1947 ਤੋਂ ਬਾਅਦ ਜਿਹਦੀ ਕਿਤਾਬ ਉੱਥੇ ਪਾਕਿਸਤਾਨੀ ਅਦਬੀ ਬੋਰਡ ਨੇ ਆਪਣੇ ਖਰਚੇ 'ਤੇ ਆਪ ਛਾਪੀ, ਔਰ ਸਦਕੇ ਬਸ। ਮੇਰਾ ਦਿਲ ਕਰਦਾ ਕਿ ਤੁਹਾਡੀ ਜਿਹੜੀ ਕਵਿਤਾਵਾਂ ਦੀ ਲੇਖਣੀ ਹੈ ਇਹਦੇ ਬਾਰੇ ਗੱਲ ਕਰੀ ਜਾਵਾਂ, ਲੇਕਿਨ ਮੈਂ ਇੱਦਾਂ ਕਰ ਨਹੀਂ ਸਕਦਾ ਕਿਉਂਕਿ ਬਹੁਤ ਸਾਰੇ ਹੋਰ ਪੱਖ ਵੀ ਮੈਂ ਲੋਕਾਂ ਦੇ ਸਾਹਮਣੇ ਰੱਖਣੇ ਚਾਹੁੰਦਾ। ਕਿ ਤੁਸੀਂ ਬਹੁਤ ਜਾਣੀ ਪਹਿਚਾਣੀ ਹਸਤੀ ਹੋ ਬਹੁਤ ਸਾਰੇ ਪੱਖਾਂ ਤੋਂ। ਤੁਸੀਂ ਇੱਕ ਰਸਾਲਾ ਕੱਢਿਆ ਸਾਹਿਬ ਜੀ, ਜਿੱਥੇ ਰਸਾਲਾ ਆਪਣੇ ਆਪ ਵਿੱਚ ਮੈਗਜ਼ੀਨ ਮਕਬੂਲ ਹੋਇਆ, ਉੱਥੇ ਉਹਦੇ ਵਿੱਚ ਰੈਗੂਲਰ ਤੌਰ 'ਤੇ ਲਿਖਣ ਵਾਲੇ ਵੀ ਮਕਬੂਲ ਹੋਏ, ਔਰ ਬਹੁਤ ਵਧੀਆ ਲੋਕਾਂ ਨੇ ਲਿਖਿਆ। ਇਹ ਜਿਹੜਾ ਸਾਹਿਬ, ਇੱਕ ਤਾਂ ਜਿਹੜਾ ਨਾਂ ਆ ਜਿਹੜਾ ਇਹ ਆਪਣੇ ਆਪ ਵਿੱਚ ਇੱਕ ਹਸਤੀ ਆ, ਕਿਸੇ ਵੀ ਬੰਦੇ ਨੂੰ ਸਾਹਿਬ ਕਹਿ ਕੇ ਬੁਲਾਉਣਾ, ਸਾਹਿਬ ਹੀ ਆਪਣੇ ਆਪ 'ਚ ਵੱਡੀ ਗੱਲ ਹੈ ਜੀ। ਸਾਹਿਬ ਹੀ ਅਸੀਂ ਰੱਬ ਨੂੰ ਸਾਹਿਬ ਕਹਿ ਦਿੰਦੇ ਆ, ਹਾਂਜੀ, ਅਸੀਂ ਜਿਹਨੂੰ ਸਤਿਕਾਰ ਦਿੰਦੇ ਉਹਨੂੰ ਵੀ ਸਾਹਿਬ ਕਹਿ ਦਿੰਦੇ ਆ। ਔਰ ਜਿਹੜਾ ਮੈਗਜ਼ੀਨ ਆ ਉਹਦੀ ਇੰਨੀ ਸਾਹਿਬਤਾ ਹੈਗੇ ਲੋਕਾਂ ਦੇ ਵਿੱਚ, ਔਰ ਇੰਨਾ ਲੋਕਾਂ ਵੱਲੋਂ ਪੜ੍ਹਿਆ ਜਾਂਦਾ। ਮੇਰਾ ਖਿਆਲ ਕੋਈ ਪੰਜਾਬੀ ਇੱਦਾਂ ਦਾ ਹੋਣਾ ਨਹੀਂ ਜਿਹੜਾ ਸਾਹਿਬ ਦੇ ਨਾਂ ਤੋਂ ਵਾਕਫ ਨਹੀਂ ਹੋਣਾ। ਸਾਹਿਬ ਦੀ ਹੋਂਦ ਕਿੱਦਾਂ ਬਣੀ, ਕਿੱਦਾਂ ਸੋਚ ਆਈ ਮਨ ਵਿੱਚ? 2000 ਦੇ ਵਿੱਚ ਸ਼ੁਰੂ ਕੀਤਾ ਸੀਗਾ, ਸੰਨ 2000 'ਚ ਇਹਦੇ ਬਾਰੇ ਜਿਹੜੇ ਗੱਲਬਾਤ ਕਰਨੀਆਂ ਸ਼ੁਰੂ ਕਰਤੀਆਂ। 2001 ਦੇ ਵਿੱਚ ਅਸੀਂ ਇਹਨੂੰ ਸ਼ੁਰੂ ਕਰ ਲਿਆ ਸੀਗਾ, ਔਰ 3 ਸੱਜਣ ਸੀ ਅਸੀਂ ਜਦੋਂ ਇਹਦੀ ਪਹਿਲੀ ਗੱਲ ਹੋਈ, ਪਹਿਲੀ ਜਿਹੜੀ ਮੀਟਿੰਗ ਹੋਈ ਹੈ। ਉਹ ਡਾਕਟਰ ਤਾਰਾ ਸਿੰਘ ਆਲਮ, ਪੰਜਾਬੀ ਦੇ ਬੜੇ ਨਾਮਣੇ ਵਾਲੇ ਸਾਹਿਤਕਾਰ, 100 ਸਾਲ ਦੇ ਵਿੱਚ ਰਹਿੰਦੇ ਨੇ ਅੱਜ ਕੱਲ੍ਹ ਲੁਧਿਆਣੇ ਤੋਂ, ਉਹਨੇ ਬੁਨਿਆਦੀ ਤੌਰ 'ਤੇ ਜਗਰਾਉਂ ਤੋਂ। ਉਹਨਾਂ ਦੇ ਘਰ ਗੁਰਦੀਪ ਸਿੰਘ ਪੁਰੀ ਜੀ, ਮੈਂ ਤੇ ਡਾਕਟਰ ਤਾਰਾ ਸਿੰਘ ਆਲਮ, ਤਿੰਨਾਂ ਦੀ ਮੀਟਿੰਗ 'ਚ ਗੱਲ ਸ਼ੁਰੂ ਹੋਈ ਕਿ ਇੱਕ ਇਹੋ ਜਿਹਾ ਮੈਗਜ਼ੀਨ ਸ਼ੁਰੂ ਕੀਤਾ ਜਾਵੇ ਜਿਹੜਾ ਇਕੱਲੇ ਸਾਹਿਤ ਦੀ ਗੱਲ ਨਾ ਕਰੇ, ਸਾਹਿਤ ਦੀ ਵੀ ਗੱਲ ਕਰੇ, ਪਰ ਨਾਲ ਉਹ ਸੱਭਿਆਚਾਰ ਦੀ ਵੀ ਗੱਲ ਕਰੇ, ਸਾਡੇ ਸਮਾਜ ਦੀਆਂ ਖੂਬੀਆਂ ਦੀ ਵੀ ਗੱਲ ਕਰੇ ਤੇ ਖਾਮੀਆਂ ਦੀ ਵੀ ਗੱਲ ਕਰੇ। ਠੀਕ ਆ। ਔਰ ਉਹਦੇ 'ਚ ਸਾਂਝੀਵਾਲਤਾ ਇੰਨੀ ਹੋਵੇ ਕਿ ਉਹਨੂੰ ਜਿਹੜਾ ਵੀ ਚੱਕੇ ਉਹ ਪਿਆਰ ਕਰੇ, ਉਹ ਕਵੇ ਕਿ ਮੇਰਾ ਆ, ਪਿਆਰ ਕਰੇ। ਠੀਕ ਆ। ਉਹਦੇ 'ਚ ਕਿਸੇ ਧਿਰ ਦੀ ਗੱਲ ਨਾ ਕੀਤੀ ਜਾਵੇ, ਕਿਸੇ ਧੜੇ ਦੀ ਗੱਲ ਨਾ ਕੀਤੀ ਜਾਵੇ, ਸਭ ਦੀ ਗੱਲ ਕੀਤੀ ਜਾਵੇ, ਸਾਂਝੀਵਾਲਤਾ ਦੀ ਗੱਲ। ਘੱਟੋ ਘੱਟ ਜਿਹੜਾ ਵੀ ਪੰਜਾਬੀ ਪੜ੍ਹ ਸਕਦਾ ਆ ਉਹ ਕਵੇ ਮੇਰਾ ਆ। ਠੀਕ। ਅਸੀਂ ਗੁਰਦੀਪ ਸਿੰਘ ਪੁਰੀ ਜਾਂ ਚੱਲ ਵਸੇ ਆ, ਡਾਕਟਰ ਤਾਰਾ ਸਿੰਘ ਆਲਮ ਜੀ ਸੌਥਾ ਰਹਿੰਦੇ ਆ, ਤੇ ਅਸੀਂ ਉਹ ਸੋਚ ਕੇ ਫਿਰ ਨਾਂ ਕਿੱਦਾਂ ਦਾ ਹੋਵੇ, ਉਹਦੇ ਵਿੱਚੋਂ ਸੀਗਾ ਚਲੋ ਨਾਂ ਸਤਿਗੁਰੂ ਨੂੰ ਪੁੱਛਦੇ ਹਾਂ ਵੀ ਮਾਲਕ ਨੇ, ਤੇ ਸਤਿਗੁਰੂ ਨੇ ਹੁਕਮਨਾਮਾ ਦਿੱਤਾ ਤੇ ਅਸੀਂ ਨਾਂ ਉਹਦੇ 'ਚੋਂ ਸਾਹਿਬ ਰੱਖਿਆ। ਸਾਹਿਬ ਇੱਕ ਇਹੋ ਜਿਹਾ ਨਾਂ ਆ ਜਿਹੜਾ ਹਿੰਦੂ ਦਾ ਵੀ ਆ, ਸਿੱਖ ਦਾ ਵੀ ਆ, ਮੁਸਲਿਮ ਦਾ ਵੀ ਆ, ਇਹਨੂੰ ਕੋਈ ਵੰਡ ਨਹੀਂ ਸਕਦਾ। ਸਹੀ ਆ। ਔਰ ਸਾਰਿਆਂ ਦਾ, ਸਾਡੇ ਸਾਰੇ ਭਾਈਚਾਰੇ ਦਾ ਸਾਂਝਾ ਨਾਂ ਆ ਸਾਹਿਬ। ਪ੍ਰਵਾਨ ਦਾ ਨਾਂ ਪਹਿਲਾਂ ਨਾਂ ਆ ਗਿਆ ਤੇ ਗੁਰੂ ਦੀ ਬਖਸ਼ਿਸ਼ ਕਰ ਲੈਣੀ ਚਾਹੀਦੀ, ਅਸੀਂ ਉੱਥੋਂ ਅਰਦਾਸ ਕਰਕੇ ਤੁਰੇ ਸੀਗੇ। ਫਿਰ ਇਹਦੇ ਮੈਟਰ ਬਾਰੇ ਗੱਲ ਚੱਲੀ ਸੀਗਾ ਵੀ ਅਸੀਂ ਹਰ ਭਾਈਚਾਰਾ ਜਿਹੜਾ ਆ ਪੰਜਾਬੀਅਤ ਨਾਲ ਜੁੜਿਆ ਹੋਇਆ, ਹਾਂਜੀ, ਉਸ ਭਾਈਚਾਰੇ ਦੇ ਹਰ ਆਗੂ ਦੀ ਗੱਲ ਓਡੇ ਸਤਿਕਾਰ ਨਾਲ ਕਰਾਂਗੇ ਜਿੱਦੇ ਸਤਿਕਾਰ ਨਾਲ ਅਸੀਂ ਚਾਹੁੰਦੇ ਹਾਂ ਕਿ ਦੂਜੇ ਭਾਈਚਾਰੇ ਦੀ ਕਿਸੇ ਦੀ ਗੱਲ ਹੋਵੇ। ਤੇ ਅਸੀਂ ਪਿਛਲੇ 20 ਸਾਲਾਂ ਤੋਂ ਇਹ ਸਿਰੜ ਪਕਾਇਆ, ਇੱਕ ਇਹ ਸਿਰੜ ਪਕਾਇਆ ਹਰ ਭਾਈਚਾਰੇ ਦੇ ਵਿੱਚ ਗੱਲ ਕੀਤੀ ਆ, ਔਰ ਦੂਜਾ ਉਹਦੇ 'ਚ ਇਹ ਸਿਰੜ ਪਕਾਇਆ ਕਿ ਅਸੀਂ ਕਿਹਾ ਵੀ ਕੋਈ ਵੀ ਸਮਾਜ ਨੂੰ ਤੋੜਨ ਵਾਲਾ ਇਸ਼ਤਿਹਾਰ ਇਹ 'ਚ ਨਹੀਂ ਲੱਗੂਗਾ। ਠੀਕ ਹੈ। ਸਮਾਜ ਨੂੰ ਅਸੀਂ ਉਹਦੇ 'ਚ ਕਦੀ ਕਿਸੇ ਨਸ਼ੇ ਦਾ ਇਸ਼ਤਿਹਾਰ ਨਹੀਂ ਲਾਇਆ,
ਕਦੀ ਕਿਸੇ ਲੁਚਪੋ ਵਾਲੇ ਡਿਸਕੋ ਡਾਂਸਾਂ ਦੇ ਇਸ਼ਤਿਹਾਰ ਉਹਦੇ 'ਚ ਨਹੀਂ ਲਾਏ, ਕਿਤੇ ਕਿਸੇ ਪੁੱਛਾਂ ਪੱਛਾਂ ਦੇਣ ਵਾਲੇ ਬਾਬਿਆਂ ਦੇ ਜਿਹੜੇ ਸਮਾਜ ਨੂੰ ਘਰਾਂ ਪਰਿਵਾਰਾਂ ਨੂੰ ਤੋੜਦੇ ਉਹਦੇ ਇਸ਼ਤਿਹਾਰ ਨਹੀਂ ਲਾਏ, ਤੇ ਅਸੀਂ 20 ਸਾਲਾਂ ਤੋਂ ਇਹ ਵੀ ਸਰੜ ਨਿਭਾਇਆ। ਇੱਕ ਹੋਰ ਗੱਲ ਕੀਤੀ ਕਿ ਅਸੀਂ ਨਾਵਾਂ ਦੇ ਪਿੱਛੇ ਨਹੀਂ ਵੱਡਿਆਂ ਲੇਖਕਾਂ ਦੇ ਨਾਵਾਂ ਪਿੱਛੇ ਨਹੀਂ ਦੌੜਾਂਗੇ। ਠੀਕ ਹੈ। ਅਸੀਂ ਜਿਹੜਾ ਬੰਦਾ ਲਿਖ ਸਕਦਾ ਉਹਦੀ ਲਿਖਤ ਨੂੰ ਮਾਣ ਦੇਵਾਂਗੇ। ਤੇ ਅਸੀਂ ਉਹਦੇ 'ਚ ਨਵੇਂ ਲੇਖਕ ਦੇ ਉੱਤੇ ਜਿਨ੍ਹਾਂ ਨੇ ਪਹਿਲਾਂ ਕਦੀ ਕੁਛ ਵੀ ਨਹੀਂ ਸੀ ਲਿਖਿਆ। ਡਾਕਟਰ ਤਾਰਾ ਸਿੰਘ ਆਲਮ ਜੀ ਨੇ ਆਪ ਪਹਿਲਾਂ ਕਵਿਤਾ ਲਿਖੀ ਸੀ, ਵਾਰਤਕ ਨਹੀਂ ਸੀ ਲਿਖੀ। ਉਹਨਾਂ ਨੂੰ ਕਿਹਾ ਵੀ ਤੁਸੀਂ ਕਵਿਤਾ ਲਿਖਣੀ, ਵਾਰਤਕ ਲਿਖਣੀ, ਉਹਨੇ ਲੜੀਵਾਰ ਵਾਰਤਕ ਲਿਖੀ। ਮੈਂ ਆਪ ਪਹਿਲਾਂ ਬਹੁਤ ਜ਼ਿਆਦਾ ਕਵਿਤਾ ਲਿਖੀ ਸੀ, ਵਾਰਤਕ ਘੱਟ ਲਿਖੀ ਸੀ, ਪਰ ਮੈਂ ਵੀ ਵਾਰਤਕ ਜ਼ਿਆਦਾ ਲਿਖੀ। ਮੈਂ ਆਪਣੀ ਕਵਿਤਾ ਆਪਣੇ ਪੇਪਰ 'ਚ ਨਹੀਂ ਛਾਪੀ। ਗੁਰਦੀਪ ਸਿੰਘ ਪੁਰੀ ਵੀ ਪਹਿਲਾਂ ਕਵੀ ਸੀਗਾ, ਪਰ ਉਹਨੇ ਵੀ ਇੱਕ ਲੇਖ ਦੀ ਲਈ। ਇੱਦਾਂ ਚਰਨ ਬੋਪਰ ਹੈ ਜੀ ਸਾਡੇ ਨਾਲ ਜੁੜੇ, ਸਰਦਾਰ ਚੂੜ ਸਿੰਘ ਮੰਡੇਰ ਜੀ ਜੁੜੇ, ਬੀਬੀ ਮਧੂ ਕਾਲੀਆ ਜੀ ਜੁੜੇ, ਹੋਰ ਜਿਹੜੇ ਲੇਖਕ ਇਹੋ ਜਿਹੇ ਜਿਨ੍ਹਾਂ ਨੇ ਲੜੀਵਾਰ ਲਿਖਿਆ, ਜਸਮੀਰ ਸਿੰਘ ਹੋਠੀ ਜੀ ਜੁੜੇ। ਔਰ ਇਹ ਜਿਹੜੇ ਬਿਲਕੁਲ ਨਵੇਂ ਨਾਂ ਸੀਗੇ, ਨਵੀਂ 4-5 ਵਾਰੀ ਆਪਣੇ ਗੀਤ ਤੁਸੀਂ ਵੀ ਆਇਆ। ਔਰ ਚਰਨ ਬੋਪਰ ਜੀ ਨੇ ਬਹੁਤ ਲੰਮਾ ਸਮਾਂ ਲੜੀਵਾਰ ਲਿਖਿਆ, ਔਰ ਉਹਦੇ 'ਚ ਉਹਨਾਂ ਘੱਟੋ ਘੱਟ 2 ਜਾਂ 3 ਕਿਤਾਬਾਂ ਦਾ ਮੈਟਰ ਕੱਢਿਆ, ਕਿਤਾਬਾਂ ਛਪੀਆਂ ਵੀ ਪਹਿਲਾਂ ਕਾਇਆ ਫਿਰ ਮਾਇਆ। ਇੱਦਾਂ ਹੀ ਗੁਰਦੀਪ ਸਿੰਘ ਪੁਰੀ ਦੀ ਕਿਤਾਬ ਛਪੀ। ਅੱਛਾ, ਇਹ ਵੀ ਅਸੀਂ ਕਿਹਾ ਵੀ ਜਿਹੜਾ ਬੰਦਾ ਲੜੀਵਾਰ ਲਿਖੂਗਾ ਉਹਦਾ ਕਿਤਾਬ ਜੋਗਾ ਜਦੋਂ ਮੈਟਰ ਬਣ ਜੂਗਾ ਤੇ ਸਾਹਿਬ ਸ਼ਬਦ ਜੱਗ ਉਹਦੇ ਨਾਲ ਹੋ ਕੇ ਕਿਤਾਬ ਛਾਪੂਗਾ ਵੀ। ਠੀਕ ਹੈ। ਤੇ ਅਸੀਂ ਉਹ ਵੀ ਆਪਣਾ ਸਿਰ ਜਿਹੜਾ 20 ਸਾਲ ਤੋਂ ਪੂਰੀ ਤਰ੍ਹਾਂ ਨਿਭਾਇਆ ਆ। ਔਰ ਅਸੀਂ ਹੁਣ ਤੱਕ 20 ਸਾਲਾਂ ਦੇ ਵਿੱਚ ਤਕਰੀਬਨ ਸਾਹਿਬ ਸ਼ਬਦ ਜੱਗ ਨਾਲ ਜੁੜ ਕੇ ਜਿੱਥੇ ਮੇਰੀਆਂ ਕਿਤਾਬਾਂ ਵੀ ਵਿੱਚ ਪਾ ਲਈਆਂ ਜਾਣ, ਤੇ ਅਸੀਂ 40 ਦੇ ਨੇੜੇ ਤੇੜੇ ਟਾਈਟਲ ਛਾਪੇ ਆ ਸਾਹਿਬ ਸ਼ਬਦ ਜੱਗ ਤੋਂ। ਸੋ ਇਹ ਕਿਸੇ ਮੈਗਜ਼ੀਨ ਨੇ ਆਪਣੇ ਵਿੱਚੋਂ ਹੋਂਦ ਵਿੱਚੋਂ 20 ਸਾਲਾਂ 'ਚ ਯਾਨੀ ਸਾਲ ਦੀਆਂ 2 ਕਿਤਾਬਾਂ ਕੱਢੀਆਂ ਹੁਣ। ਇੱਦਾਂ ਕਦੀ ਨਹੀਂ ਹੋਇਆ, ਵੱਡੇ ਤੋਂ ਵੱਡੇ ਮੈਗਜ਼ੀਨਾਂ 'ਚੋਂ ਨਹੀਂ ਕਦੀ ਹੋਇਆ। ਕਿਸੇ ਮੈਗਜ਼ੀਨ ਨੇ ਨਵੇਂ ਰਾਈਟਰ ਪੈਦਾ ਕੀਤੇ ਹੁਣ, ਇੱਦਾਂ ਕਦੀ ਨਹੀਂ ਹੋਇਆ। ਔਰ ਕਿਸੇ ਮੈਗਜ਼ੀਨ ਨੇ ਹਰ ਸੰਪਰਦਾ ਦੀ ਗੱਲ ਕੀਤੀ ਹੋਵੇ, ਕਿਸੇ ਇੱਕ ਦੀ ਨਹੀਂ, ਔਰ ਹਰ ਭਾਈਚਾਰੇ ਦੀ ਗੱਲ ਕੀਤੀ ਹੋਵੇ, ਔਰ ਉੱਡੇ ਸਤਿਕਾਰ ਜਿਹਦਾ ਜਿੰਨੀ ਇੱਕ ਭਾਈਚਾਰੇ ਦਾ ਸਤਿਕਾਰ ਆ ਉਹਨਾਂ ਹੀ ਦੂਜੇ ਦਾ ਆ। ਬਿਲਕੁਲ। ਔਰ ਇਸੇ ਕਰਕੇ ਉਹ ਮੈਗਜ਼ੀਨ ਜਿਹੜਾ ਹਰ ਭਾਈਚਾਰੇ ਜਿੱਥੇ ਵੀ ਰੱਖਦੇ ਉਹ ਸਤਿਕਾਰਿਆ ਜਾਂਦਾ। ਅੱਛਾ, ਜਿਹੜੇ ਮੈਗਜ਼ੀਨ ਕੱਢਣੇ ਜਾਂ ਰਸਾਲਾ ਕੱਢਣਾ, ਇਹ ਕੋਈ ਵੀ ਜਿਹੜਾ ਰੈਗੂਲਰ ਤੌਰ 'ਤੇ ਲਿਖਣਾ ਇਹ ਬਹੁਤ ਔਖਾ ਕੰਮ ਹੁੰਦਾ। ਜੇ ਕਿਸੇ ਕਵੀ ਨੂੰ ਕਹਿ ਦੇ ਕਿ ਤੂੰ ਹਰ ਹਫ਼ਤੇ ਲਿਖ, ਕਈ ਵਾਰੀ ਉਹਦੇ ਮਨ ਦੇ ਵੱਸ ਦੀ ਗੱਲ ਨਹੀਂ ਹੁੰਦੀ, ਬੰਦੇ ਕੋਲ ਟਾਈਮ ਨਹੀਂ ਮਿਲਦਾ ਜਾਂ ਸੋਚ ਹੀ ਨਹੀਂ ਬਣਦੀ ਜੀ। ਤੁਸੀਂ ਹਾਲੇ ਤੱਕ ਜੋ ਵੀ ਗੱਲਾਂ ਆਪਣੀ ਲੇਖਣੀ ਬਾਰੇ ਕੀਤੀਆਂ ਉਹਨਾਂ ਦੇ ਵਿੱਚ ਕਿਤੇ ਵੀ ਉਲਝਣ ਨਹੀਂ ਆਈ? ਕੀ ਤੁਹਾਨੂੰ ਕਦੀ ਮੁਸ਼ਕਲ ਆਈ ਨਹੀਂ ਕਿਸੇ ਕੰਮ ਵਿੱਚ ਲੇਖਣੀ ਨੂੰ ਲੈ ਕੇ? ਇੱਦਾਂ ਨਹੀਂ ਮੈਂ ਕਹੂੰਗਾ ਕਿ ਮੁਸ਼ਕਲ ਨਹੀਂ ਆਈ, ਮੁਸ਼ਕਲਾਂ ਆਉਂਦੀਆਂ। ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨਾ ਉਹਦੇ ਨਾਲ ਹੀ ਜ਼ਿੰਦਗੀ ਤੁਰਦੀ ਗਾਂ। ਔਰ ਮੈਂ ਕਹੀ ਬੰਦਾ ਹਮੇਸ਼ਾ ਸਿੱਖਦਾ ਮੁਸ਼ਕਲ ਤੋਂ। ਬਿਲਕੁਲ, ਬੰਦਾ ਮੁਸ਼ਕਲ ਸਿੱਖਦਾ। ਔਰ ਜਿੰਨੀ ਵੱਡੀ ਰੋਕ ਆਉਂਦੀ ਆ ਔਰ ਉਨਾ ਹੀ ਬੰਦਾ ਫਿਰ ਕਈ ਵਾਰੀ ਜੇ ਅੰਦਰ ਉਹਦੇ ਅੱਗ ਹੋਵੇ ਤੇ ਉਨਾ ਹੀ ਜ਼ਿਆਦਾ ਟੱਪਦਾ। ਮੈਂ ਕਹਿੰਦਾ ਉਹਨਾਂ ਵੀ 2 ਗੱਲਾਂ। ਇੱਕ ਤਾਂ ਜੇ ਤੁਹਾਡੇ ਅੰਦਰ ਅੱਗ ਥੋੜ੍ਹੀ ਜਿਹੀ ਆ, ਅੱਗ ਦਾ ਭਾਂਬੜ ਕਿਤੇ ਛੋਟਾ ਜਿਹਾ ਹੋਵੇ ਤੁਹਾਡੇ ਕੋਲ, ਤੇ ਉਹਦੇ 'ਤੇ ਤਾਂ ਤੁਸੀਂ ਜੇ ਘਿਓ ਵੀ ਪਾਤਾ ਤਾਂ ਵੀ ਬੁੱਝ ਜਾਣਾ। ਹਾਂਜੀ। ਪਰ ਜੇ ਅੱਗ ਦਾ ਭਾਂਬੜ ਬਹੁਤ ਵੱਡਾ ਆ ਤੇ ਉਹਦੇ 'ਤੇ ਤੁਸੀਂ ਪਾਣੀ ਵੀ ਡੋਲੋਗੇ ਤੇ ਉਹਨੇ ਪਾਣੀ ਨੂੰ ਨਾਲ ਬਚਾ ਲੈਣਾ। ਸੋ ਅੰਦਰ ਤੁਹਾਡੀ ਕਿੰਨੀ ਕੁ ਅੱਗ, ਗੱਲ ਉਹਦੀ ਆ। ਦੂਜੀ ਗੱਲ ਆ ਤੁਹਾਡੇ ਅੰਦਰ ਪਿਛਲੇ ਬੰਨੇ ਲਗਨ ਕਿੰਨੀ ਖੜੀ ਆ, ਸਿਰੜ ਕਿੱਦਾਂ ਖੜਾ, ਸਿਦਕ ਕਿੰਨਾ ਕੁ ਖੜਾ ਹੈਗਾ ਆ। ਦਰਿਆ ਦੇ ਮੂਹਰੇ ਦਰਿਆ ਚੱਲਦਾ ਪਿਆ ਨਾ ਜੇ, ਤੇ ਉਹਦੇ ਮੂਹਰੇ ਜਿੱਡੀ ਕੁ ਰੋਕ ਆਊਗੀ ਉਹਨੇ ਪਾਰ ਕਰਨੀ ਹੈ ਜੇ ਪਿੱਛੇ ਉਹਦੇ ਪਾਣੀ ਆ ਰਿਹਾ। ਤੇ ਜਿੰਨੀ ਵੱਡੀ ਰੋਕ ਹੋਊਗੀ, ਜਿੰਨੀ ਵੱਡੀ ਰੋਕ ਹੋਊਗੀ ਓਡਾ ਵੱਡਾ ਝਰਨਾ ਬਣ ਕੇ ਪਾਰ ਕਰੂਗਾ, ਉਹਨਾਂ ਖੂਬਸੂਰਤ ਹੋ ਜਾਊਗਾ। ਸੋ ਰੋਕਾਂ ਤਾਂ ਆਉਣੀਆਂ ਹੀ ਆ। ਛੋਟੀ ਰੋਕ ਤੁਹਾਨੂੰ ਕਈ ਛੋਟੀ ਖੂਬਸੂਰਤੀ ਦਿੰਦੀ ਆ, ਵੱਡੀ ਰੋਕ ਵੱਡੀ ਖੂਬਸੂਰਤੀ ਦੇ ਜਾਂਦੀ ਆ। ਰੋਕਾਂ ਦੇ ਵਿੱਚੋਂ ਹੀ ਬੰਦਾ, ਇਹ ਨਹੀਂ ਕਿ ਆਉਂਦੀਆਂ ਨਹੀਂ ਮੁਸ਼ਕਲ, ਤੁਹਾਡੀਆਂ ਮੁਸ਼ਕਲਾਂ ਤੁਹਾਡੇ ਪਰਿਵਾਰ ਤੋਂ ਵੀ ਆਉਂਦੀਆਂ, ਤੁਹਾਡੇ ਆਲੇ ਦੁਆਲੇ ਤੋਂ ਵੀ ਆਉਂਦੀਆਂ, ਤੁਹਾਡੇ ਸਮਾਜ 'ਚੋਂ ਵੀ ਆਉਂਦੀਆਂ। ਕਿਸੇ ਮੁਸ਼ਕਲ ਨੇ ਤੁਹਾਨੂੰ ਅੜਚਨ ਪਾਈ ਹੋਵੇ? ਅੜਚਨ ਜੇ ਪਾਈ ਹੁੰਦੀ ਫਿਰ ਮੈਂ ਤੁਹਾਡੇ ਕੋਲ ਬੈਠੇ ਅੜਚਨ ਨਹੀਂ ਪਾਈ। ਠੀਕ, ਬਸ ਇਹੀ ਖਾਸ ਮੁਸ਼ਕਲ ਨੂੰ, ਪਰ ਉਹਦੇ 'ਚੋਂ ਲੰਘੇ ਆ। ਅੜਚਨਾ ਬਹੁਤ ਆਈਆਂ, ਜੇ ਉਹਨਾਂ ਦਾ ਵਰਣਨ ਕਰਨ ਲੱਗਾਂਗੇ ਫਿਰ ਪਿੱਛੇ ਦੇਖਣ ਵਾਲੀ ਗੱਲ ਜ਼ਿਆਦਾ ਹੋ ਜਾਊ। ਮੇਰੀ ਜ਼ਿੰਦਾ ਨਿਗਾਹ ਵੀ ਗਾਂ ਨੂੰ ਦੇਖੀਏ। ਨਹੀਂ, ਬਿਲਕੁਲ। ਰਣਜੀਤ ਸਿੰਘ ਰਾਣਾ ਜੀ ਇੱਕ ਜਿੱਦਾਂ ਉਹਨਾਂ ਨੇ ਗੱਲ ਕੀਤੀ ਆਪਾਂ ਗਾਂ ਦੀ ਸੋਚੀਏ, ਕਿਉਂਕਿ ਜਦੋਂ ਆਪਾਂ ਗਾਂ ਸੋਚਦੇ ਹਾਂ ਆਪਾਂ ਨੂੰ ਮੰਜ਼ਿਲ ਦਿਖਦੀ ਹੈ। ਜੇ ਆਪਾਂ ਥੱਲੇ ਦਿਖਾਂਗੇ ਤਾਂ ਫਿਰ ਸਾਨੂੰ ਆਪਾਂ ਨੂੰ ਪੈਰਾਂ ਤੱਕ ਨਜ਼ਰ ਆਉਂਦਾ, ਆਪਾਂ ਅੱਗੇ ਵਧਣਾ। ਲਿਖਣ ਵਾਲਾ ਜਿਹੜਾ ਲਿਖਾਰੀ ਹੁੰਦਾ ਉਹ ਗੱਲਾਂ ਲਿਖਦਾ ਜਿਹੜੀਆਂ ਕਿ ਆਮ ਸਧਾਰਨ ਬੰਦਾ ਸੋਚ ਵੀ ਨਹੀਂ ਸਕਦਾ। ਇਹਨੂੰ ਕਹਿੰਦੇ ਅਗਾਂਹ ਵਧੂ ਸੋਚ। ਰਾਣਾ ਜੀ ਨੇ ਔਰ ਜਿਹੜੇ ਵੀ ਇਹਨਾਂ ਨੇ ਆਪਣੇ ਸਾਥੀ ਰਾਈਟਰ ਨਾਲ ਲਏ, ਅਗਰ ਤੁਸੀਂ ਉਹਨਾਂ ਨੂੰ ਵੈਸੇ ਵੀ ਮਿਲੋ ਤਾਂ ਉਹ ਸਾਰੇ ਬੰਦੇ ਬਹੁਤ ਵਧੀਆ ਸੋਚ ਦੇ ਮਾਲਕ ਆ ਔਰ ਬੜਾ ਪਿਆਰ ਵੰਡਣ ਵਾਲੇ ਲੋਕ ਆ। ਆਪਾਂ ਇਸ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ, ਕਿਉਂਕਿ ਜਿਹੜੇ ਕਵਿਤਾ ਦਾ ਮੈਂ ਕਾਇਲ ਹਾਂ, ਕਵਿਤਾ, ਗਜ਼ਲ ਜਾਂ ਗੀਤ
ਕੋਈ ਵੀ ਆਪਾਂ ਜ਼ਰੂਰ ਸੁਣਨਾ, ਉਹਦੇ ਨਾਲ ਥੋੜ੍ਹਾ ਜਿਹਾ ਤੁਹਾਡਾ ਮਨ ਵੀ ਐਂਟਰਟੇਨ ਹੁੰਦਾ। ਤੇ ਜ਼ਰੂਰੀ ਆ ਕਿ ਰਾਣਾ ਸਾਹਿਬ ਜੀ ਆਪਾਂ ਕਵਿਤਾ ਪੜ੍ਹਾਉਣ ਤੋਂ ਪਹਿਲਾਂ ਤੁਸੀਂ ਬਹੁਤ ਕੁਛ ਲਿਖਿਆ, ਤੁਸੀਂ ਗੀਤ ਵੀ ਲਿਖੇ। ਕੀ ਤੁਹਾਡੇ ਗੀਤ ਪ੍ਰਚਲਿਤ ਦੁਨੀਆ ਦੇ ਵਿੱਚ ਚੱਲੇ ਜਾਂ ਮਤਲਬ ਰਿਕਾਰਡ ਵਗੈਰਾ ਹੋਏ ਜਾਂ ਕਿੰਨੇ ਹੋਏ? ਬਿਲਕੁਲ ਜੀ, ਗੀਤ ਬਹੁਤ ਪਹਿਲਾਂ ਵੀ ਲਿਖੇ ਸੀਗੇ ਪਰ ਰਿਕਾਰਡ ਕਰਨ ਵਾਲੇ ਖਿਆਲ ਨਹੀਂ ਸੀ ਆ। ਠੀਕ ਹੈ। ਆ ਪਿਛਲੇ ਜਦੋਂ ਕਰੋਨਾ ਵਾਇਰਸ ਦਾ ਬੈਠਾ ਤੇ ਦੌੜ ਜ਼ਿੰਦਗੀ ਦੀ ਜਿਹੜੀ ਲੱਗੀ ਹੋਈ ਸੀ, ਥੋੜ੍ਹਾ ਜਿਹਾ ਖੜੇ ਹੋ ਕੇ ਦੇਖਣ ਦਾ ਮੌਕਾ ਮਿਲਿਆ ਤੇ ਫਿਰ ਪੁਰਾਣੇ ਫੁੱਲਦਾ ਮੈਂ ਕਿਹਾ ਗੀਤ ਲਿਖੇ ਪਏ ਆ, ਇਹ ਪੈ ਹੀ ਰਹਿ ਜਾਣੇ ਆ, ਚਲੋ ਇਹਨਾਂ ਨੂੰ ਗਾਉਣ ਦੀ ਕੋਸ਼ਿਸ਼ ਕਰਦੇ ਆ। ਫਿਰ ਉਹ ਗਾਉਣ ਦੀ ਕੋਸ਼ਿਸ਼ ਕਰਨ ਦੀ ਜਦੋਂ ਗੱਲ ਚੱਲੀ ਤੇ ਤੁਸੀਂ ਸ਼ਾਇਦ ਮੈਂ ਆਪ ਕਈ ਵਾਰੀ ਹੈਰਾਨ ਹੋ ਜਾਂਦਾ ਹੁੰਦਾ ਕਿ 1 ਸਾਲ ਦੇ ਵਿੱਚ ਹੁਣ ਤੱਕ ਆ ਪਿਛਲਾ 1.5 ਸਾਲ ਦਾ ਸਮਾਂ ਬਣਦਾ ਹੈ ਕਰੋਨਾ ਦਾ ਜਿਹੜਾ ਸਾਰਾ ਸਮਾਂ ਆ, ਇਸ 1.5 ਸਾਲ ਦੇ ਸਮੇਂ ਦੇ ਵਿੱਚ ਮੇਰੇ 17 ਗੀਤ ਰਿਕਾਰਡ ਹੋਏ ਆ। ਤਕਰੀਬਨ ਹਰ ਮਹੀਨੇ ਇੱਕ ਗੀਤ ਬਣ ਜਾਂਦਾ। ਬਹੁਤ ਮੁਬਾਰਕਬਾਦ। ਔਰ ਇਹ ਇੱਦਾਂ ਸ਼ਾਇਦ ਹੀ ਕਿਸੇ ਰਾਈਟਰ ਦੇ ਗੀਤਕਾਰ ਦੇ ਵਿਦੇਸ਼ਾਂ 'ਚ ਤਾਂ ਨਹੀਂ ਹੋਇਆ, ਸ਼ਾਇਦ ਉੱਦਾਂ ਵੀ ਨਾ ਹੋਇਆ। ਹਰ ਮਹੀਨੇ ਇੱਕ ਗੀਤ ਤੇ ਮੇਰੇ ਖਿਆਲ 4 ਜਾਂ 5 ਗੀਤ ਟਰੈਕ ਦੇ ਉੱਤੇ ਆ ਜਿਹੜੇ ਅਗਲੇ 2 ਮਹੀਨਿਆਂ ਦੇ ਵਿੱਚ ਆ ਜਾਣੇ ਆ। ਸੋ 20-21 ਗੀਤ ਇਸ 1.5 ਸਾਲ ਦੇ ਸਮੇਂ ਦੇ ਵਿੱਚ ਬਣ ਜਾਣੇ ਆ। ਇਹ 17 ਗੀਤ ਆ ਚੁੱਕੇ ਹੋਏ ਆ। ਉਹਨਾਂ 'ਚੋਂ ਨਾਮਣੇ ਵਾਲੇ ਸਿੰਗਰਾਂ ਨੇ ਵੀ ਗਾਏ ਆ ਤੇ ਉਹਨਾਂ 'ਚ ਨਵਿਆਂ ਨੇ ਵੀ ਗਾਏ ਆ। ਠੀਕ ਹੈ। ਸੁਖਜਿੰਦਰ ਸਿੰਘ ਸ਼ਿੰਦਾ ਨੇ ਵੀ ਗੀਤ ਗਾਇਆ, ਬੜਾ ਨਾਮਣੇ ਵਾਲੇ ਸਿੰਗਰ ਹੈ। ਉਹਨਾਂ ਨੇ 2 ਗੀਤ ਗਾਏ ਆ ਮੇਰੇ ਆ ਪਿਛਲੇ 1.5 ਸਾਲ ਦੇ ਸਮੇਂ 'ਚ ਹੀ। ਕੁਲਵੰਤ ਸਿੰਘ ਭਵਰਾ ਜੀ ਨੇ ਆਪਣਾ ਸੰਗੀਤ ਗਰੁੱਪ ਵਾਲਿਆਂ ਨੇ 2 ਗੀਤ ਗਾਏ ਆ। ਇੱਕ ਤੁਹਾਡੇ ਮਿੱਤਰ ਹੈ, ਉਹਨਾਂ ਨੇ ਲੇਟੈਸਟ ਗੀਤ ਗਾਇਆ ਗੁਰਦਾਵਰ ਸਿੰਘ ਜੀ, ਤੁਹਾਡੇ ਗਰੁੱਪ 'ਚ ਨਾਲ ਰਹੇ ਤੁਹਾਡੇ ਹੁਣ ਗੁੜਿਆਂ ਵਾਲੇ ਗੁਰਦਾਵਰ ਸਿੰਘ ਗੁੜਿਆਂ ਵਾਲੇ, ਉਹਨਾਂ ਨੇ ਗਾਇਆ ਗੀਤ ਪੰਥ ਖਾਲਸਾ ਇਹਨਾਂ ਦਿਨਾਂ 'ਚ। ਔਰ ਇੱਕ ਬਹੁਤ ਨਾਮਣੇ ਵਾਲਾ ਸਿੰਗਰ ਹੈ ਪੰਜਾਬੀ ਤੇ ਸੁਰਖਾਬ, ਇਸ ਟਾਈਮ ਜਿਹੜਾ ਭਾਰਤ ਦਾ ਬਾਲੀਵੁੱਡ ਤੋਂ ਜਿਹੜਾ ਬੜਾ ਨਾਮ ਕਮਾਇਆ ਕੇਸਰੀ ਫਿਲਮ ਦੇ ਗੀਤ ਤੋਂ ਵੀ ਪ੍ਰਾਕ, ਉਹਦੇ ਪਰਿਵਾਰਾਂ ਦੇ ਵਿੱਚ, ਉਹਨਾਂ ਦੀ ਨੇੜਤਾ ਦੇ ਵਿੱਚੋਂ ਆ ਸੁਰਖਾਬ। ਇਹ ਵਰਿੰਦਰ ਬੱਚਨ ਜੀ ਦਾ ਪਰਿਵਾਰ ਹੈ, ਡਾਕਟਰ ਪੰਨਾ ਲਾਲ ਜੀ ਹੁਣੀ ਕਰਨੈਲ ਸਿੰਘ ਸ਼ਬਦੂਰੀ ਸਾਡੇ ਦੋਸਤ ਆ ਉਹ ਜਿਹੜੇ ਸਾਰੇ, ਉਹਨਾਂ ਦੇ ਪਰਿਵਾਰਾਂ 'ਚੋਂ ਸੁਰਖਾਬ ਹੈ। KNJ ਮਿਊਜ਼ਿਕ ਵਾਲੇ ਕੁਮਾਰ ਨੁਸਰਤ ਜੀ ਉਹਨਾਂ 'ਚੋਂ ਆ। ਉਹਨਾਂ ਨੇ ਗੀਤ ਮੇਰਾ 2 ਗਾਏ ਆ, 2 ਉਹਨਾਂ ਦੇ ਗੀਤ 3 ਗਾਏ ਆ। ਦੋਵਾਂ ਦੀ ਵੀਡੀਓ ਬਣ ਕੇ ਆ ਚੁੱਕੀਆਂ। ਇੱਕ ਕਿਸਾਨ ਸੜਕਾਂ ਤੇ ਉਹਨਾਂ ਗਾਇਆ ਸੀ, ਗੁਰੂ ਤੇਗ ਬਹਾਦਰ ਦੇ ਉੱਤੇ ਗਾਇਆ ਸ਼ਤਾਬਦੀ ਕਰਕੇ। ਇੱਕ ਉਹਨਾਂ ਦਾ ਗੀਤ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆ ਰਿਹਾ ਜਿਹੜਾ ਇਹ ਅਗਲੇ ਮਹੀਨੇ 'ਚ ਆ ਜਾਣਾ ਹੈਗਾ ਅਗਸਤ ਦੇ ਵਿੱਚ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੁੰਦਾ ਉਦੋਂ। ਸੋ ਇਹ ਜਿਹੜੇ ਸਾਰੇ ਗੀਤ ਇਹਨਾਂ ਦਿਨਾਂ 'ਚ ਗਾ ਹੋਏ ਆ, ਔਰ ਮੈਂ ਸੋਚਦਾ ਸਾਰੇ ਗੀਤ ਮਕਬੂਲ ਹੋਏ ਆ। ਇਹ ਸੁਖਜਿੰਦਰ ਸ਼ਿੰਦਾ ਦਾ ਗੀਤ ਜਿਹੜਾ ਸੀਗਾ ਗੁਰੂ ਅਰਜਨ ਦੇਵ ਜੀ ਵਾਲਾ, ਉਹ ਇੰਨਾ ਕੁ ਮਕਬੂਲ ਹੋਇਆ ਕਿ ਪਹਿਲੀ ਵਾਰੀ ਜਦੋਂ ਅਸੀਂ ਧਰਮ ਸੇਵਾ ਰਿਕਾਰਡ ਨੇ ਕੱਢਿਆ ਉਹ ਗੀਤ, ਉਦੋਂ ਵੀ ਉਹਨੂੰ ਦੇਖਣ ਵਾਲੇ ਲੱਖਾਂ 'ਚ ਸੀਗੇ। ਹੁਣ ਦੁਬਾਰਾ ਇਸ ਸਾਲ ਗੁਰਪੁਰਬ ਤੇ ਸੁਖਜਿੰਦਰ ਸ਼ਿੰਦਾ ਜੀ ਨੇ ਫੇਸਬੁੱਕ ਤੇ ਪਾ ਦਿੱਤਾ, ਉਹਨੂੰ ਦੇਖਣ ਵਾਲੇ ਫੇਰ ਹਜ਼ਾਰਾਂ ਦੇ ਉੱਤੇ ਸੀਗੇ। ਤੇ ਏਡੇ ਵਧੀਆ ਕਮੈਂਟ ਆਏ। ਇੱਦਾਂ ਹੀ ਕੁਲਵੰਤ ਸਿੰਘ ਭੰਵਰਾ ਜੀ ਦਾ ਗੀਤ ਹੋ ਗਿਆ, ਇੱਦਾਂ ਹੀ ਇਹ ਨਵੇਂ ਬੱਚਿਆਂ ਨੇ ਗੀਤ ਗਾਇਆ, ਬੀਬਾ ਭੁਪਿੰਦਰ ਕੌਰ ਨੇ ਇਹ ਗੀਤ ਗੁਰਾਂ ਦੇ ਗਾਇਆ, ਧਾਰਮਿਕ ਗੀਤ ਸੀਗਾ। ਪਰ ਇਕੱਲੇ ਧਾਰਮਿਕ ਗੀਤ ਨਹੀਂ, ਸ਼ਹੀਦ ਭਗਤ ਸਿੰਘ ਦੇ ਉੱਤੇ ਗੀਤ ਗਾਇਆ ਮਿਸ ਕਮਲ ਨੇ। ਜੀਵਨ ਰਿਕਾਰਡ ਵਾਲਿਆਂ ਨੇ ਮੇਰੇ 6-7 ਗੀਤ ਕੱਢੇ ਆ, ਰਣਜੀਤ ਸਿੰਘ ਮਠਾਰੂ ਜੀ ਇੱਥੋਂ, ਉਹਨਾਂ ਨੇ 6-7 ਉੱਪਰ ਥੱਲੇ ਗੀਤ ਆਏ ਆ। ਭਗਤ ਸਿੰਘ ਤੇ ਗੀਤ ਆਇਆ ਆ, ਮਾਂ ਤੇ ਗੀਤ ਆਇਆ ਆ। ਇਹ ਜਿਹੜੇ ਸਾਰੇ ਗੀਤ ਆ ਇਹ। ਔਰ ਵਿਸਾਖੀ ਦੇ ਉੱਤੇ ਇੱਕ ਬੜਾ ਪਿਆਰਾ ਗੀਤ ਇਹ ਮਨਵੀਰ ਰਾਣਾ ਜੀ ਨੇ, ਇਹ ਬੜੇ ਨਾਮਵਰ ਸਿੰਗਰ ਇਸ ਟਾਈਮ, ਉਹਨਾਂ ਦੇ ਨਾਲ ਰਿਹਾਨਾ ਭੱਟੀ ਜੀ, ਉਹ ਦੋਵਾਂ ਨੇ ਗਾਇਆ। ਔਰ ਦੁਗਾਣੇ ਦੇ ਰੂਪ ਦੇ ਵਿੱਚ ਧਾਰਮਿਕ ਦੁਗਾਣਾ ਇਹ ਤਕਰੀਬਨ 20 ਸਾਲਾਂ ਬਾਅਦ ਉਸ ਪੱਧਰ ਦਾ ਗਾ ਹੋਇਆ ਜਿਹਨਾਂ ਨੂੰ ਗਾਇਆ ਔਰ ਮਕਬੂਲ ਵੀ ਹੋਇਆ। ਮੈਨੂੰ ਖੁਸ਼ੀ ਆ ਉਹ ਗੀਤਾਂ ਥੋੜ੍ਹੀ ਹਾਲੇ ਮੈਂ ਉਧਰਲੇ ਬੰਨੇ ਵਾਲੇ ਯਤਨ ਨਹੀਂ ਕੀਤੇ, ਸਤਿਗੁਰ ਕਿਰਪਾ ਕਰੂਗਾ ਆਪਾਂ ਉਧਰਲੇ ਬੰਨੇ ਵੀ। ਬਹੁਤ ਵਧੀਆ ਤੁਹਾਡਾ ਜਿਹੜਾ ਪ੍ਰੋਫੈਸ਼ਨ ਆ ਉਹਦੇ ਵਿੱਚ ਬਹੁਤ ਜਾਨ ਆ, ਜੋ ਵੀ ਤੁਸੀਂ ਲਿਖਿਆ। ਅੱਛਾ, ਹੁਣ ਆਪਾਂ ਕਿਹੜੀ ਤੁਸੀਂ ਕਵਿਤਾ ਸ਼ੇਅਰ ਕਰੋ? ਤੁਸੀਂ ਕਿਉਂਕਿ ਗੀਤਾਂ ਦੀ ਗੱਲ ਕਰ ਰਹੇ ਆ, ਗੀਤ ਸਾਡੀ ਜਿਹੜੀ ਆ ਪੰਜਾਬੀ ਕਵਿਤਾ ਦਾ ਬੜਾ ਕਾਮਨ ਰੂਪ ਆ। ਬਿਲਕੁਲ। ਔਰ ਜਿਹੜਾ ਸਭ ਤੋਂ ਕਾਮਨ ਰੂਪ ਗੀਤ ਗਿਣਿਆ ਜਾਂਦਾ, ਤੇ ਗੀਤ ਦੇ ਨਾਲ ਦਾ ਇਹ ਜੁੜਦਾ ਆ ਟੱਪਾ, ਤੇ ਉਹਦੇ ਨਾਲ ਦੀ ਜੁੜਦੀ ਰਵਾਈ ਆ। ਰਵਾਈ ਦੇ ਵਿੱਚ ਸਿਧਾਂਤ ਦੀ ਗੱਲ ਕਹਿ ਹੁੰਦੀ ਹੈ, ਟੱਪੇ ਦੇ ਉੱਤੇ ਸਮੇਂ ਦੀ ਗੱਲ ਕਹਿ ਹੁੰਦੀ ਆ। ਮੈਂ ਦੋਨੇ ਜੋੜ ਕੇ ਗੱਲ ਕਹਿਣਾ। ਪਹਿਲਾਂ ਮੈਂ ਰਵਾਈ ਕਰ ਲਵਾਂ। ਬਹੁਤ ਪੁਰਾਣੇ ਸਮੇਂ ਦੀ, ਬਹੁਤ ਯਾਨੀ ਕਿ ਜਦੋਂ ਮੈਂ ਲਿਖਣੀ ਹਜੇ ਸ਼ੁਰੂ ਕੀਤੀ ਸੀ ਉਦੋਂ ਇਹ ਰਵਾਈ ਲਿਖੀ ਸੀਗੀ, ਪਰ ਉਹ ਜਦੋਂ ਉਹ 19 ਸੱਚ ਉਦੋਂ ਸੀ, 19 ਸੱਚ ਹੀ ਹੋਣਿਆ। ਤੁਸੀਂ ਪਹਿਲਾਂ ਮੈਂ ਰਵਾਈ ਸੁਣਾਓ, ਫਿਰ ਆਪਾਂ ਉਹਦੀ ਗੱਲ ਵੀ ਕਰਦੇ ਥੋੜ੍ਹੀ ਜੀ। ਠੀਕ ਹੈ। ਇੱਕ ਕਹਾਣੀ ਬੜੀ ਪੁਰਾਣੀ, ਉਸ ਦਾ ਸਾਰ ਇਉਂ ਹੈ। ਇੱਕ ਕਹਾਣੀ ਬੜੀ ਪੁਰਾਣੀ, ਉਸ ਦਾ ਸਾਰ ਇਉਂ ਹੈ। ਇੱਕ ਸੀ ਰਾਜਾ, ਇੱਕ ਸੀ ਰਾਣੀ, ਦੋਹਾਂ ਦੀ ਖਾਰ ਇਉਂ ਹੈ। ਰਾਜਾ ਰਾਣੀ ਜਿੱਤਣ ਚੜਿਆ, ਲੱਖਾਂ ਲੋਕੀ ਲੜ ਪਏ। ਰਾਣੀ ਰਾਜਾ ਇੱਕ ਮੁੱਖ ਹੋਏ, ਲੋਕਾਂ ਦੀ ਹਾਰ ਇਉਂ ਹੈ। ਸਾਡੇ ਜਿਹੜੇ ਪੂਰੇ ਜਦੋਂ ਇਤਿਹਾਸ ਦੇਖ ਦੇਖੋ,
ਅਕਬਰ ਵੀ ਕਦੀ ਜਿੱਤਣ ਚੜਿਆ ਸੀ, ਹਾਂਜੀ, ਕਦੀ ਗੋਰੇ ਵੀ ਜਿੱਤਣ ਚੜੇ ਸੀ। ਯਾਨੀ ਕਿ ਰਾਜੇ ਨੇ ਰਾਣੀ ਉੱਤੇ ਹਮਲਾ ਕਰਤਾ ਜਾਂ ਰਾਣੀ ਨੇ ਰਾਜੇ ਉੱਤੇ ਹਮਲਾ ਕਰਤਾ ਜਾਂ ਰਾਜੇ ਨੇ ਰਾਜੇ ਉੱਤੇ ਹਮਲਾ ਕਰਤਾ, ਲੜਨ ਤੇ ਮਰਨ ਵਾਲੇ ਉਹਦੀ ਸਿਪਾਹੀ ਆਮ ਲੋਕ ਆ। ਹਾਂਜੀ, ਪਰ ਬਾਅਦ 'ਚ ਉਹਨਾਂ ਦੇ ਸਮਝੌਤੇ ਹੋਏ ਹੁੰਦੇ ਇੱਕ ਵਿਕ ਹੋ ਜਾਂਦੇ ਆ ਤੇ ਲੋਕੀ ਜਿਹੜੇ ਹਾਰ ਜਾਂਦੇ ਆ, ਲੋਕੀ ਮਰਦੇ ਆ ਤੇ ਲੋਕੀ ਹਾਰਦੇ ਆ। ਇਹ ਗੱਲ, ਇਹ ਕਹਾਣੀ ਬੜੀ ਪੁਰਾਣੀ, ਉਹ ਉਦੋਂ ਵੀ ਸੱਚ ਸੀ, ਉਹ ਅੱਜ ਵੀ ਸੱਚ, ਬਿਲਕੁਲ। ਤੇ ਲੋਕਾਂ ਨੂੰ ਇਹ ਸੋਚਣਾ ਪਊਗਾ ਕਿ ਉਹਨਾਂ ਨੇ ਰਾਜਿਆਂ ਤੇ ਰਾਣਿਆਂ ਲਈ, ਆਗੂਆਂ ਲਈ, ਲੀਡਰਾਂ ਲਈ, ਉਹਨਾਂ ਦੀਆਂ ਚੌਧਰਾਂ ਲਈ ਕਦ ਤੱਕ ਲੜਦੇ ਰਹਿਣਾ? ਕਦੇ ਆਪਣੇ ਲਈ ਵੀ ਲੜਨਗੇ। ਤੇ ਮੈਨੂੰ ਕਈ ਵਾਰੀ ਲੱਗਦਾ ਹੁੰਦਾ, ਜਦ ਤੱਕ ਲੋਕ ਇੰਨੇ ਸਿਆਣੇ ਨਹੀਂ ਹੁੰਦੇ, ਆਪਣੇ ਲਈ ਲੜਨਾ ਨਹੀਂ ਸਿੱਖਦੇ, ਆਪਣੇ ਲਈ ਲੜਨਾ ਸਿੱਖਣ ਲਈ ਪੜ੍ਹਨਾ ਪੈਣਾ ਆ। ਬਿਲਕੁਲ। ਤੇ ਆਪਣੇ ਲਈ ਲੜਨਾ ਸਿੱਖਣ ਲਈ ਜੁੜਨਾ ਵੀ ਪੈਣਾ ਆ। ਮੈਂ ਫਿਰ ਦੁਹਰਾ ਕੇ ਗੱਲ ਕਹਿ ਦਿਆਂ। ਸੋ ਇਹ ਜਿਹੜੀ ਬੜੀ ਛੋਟੀ ਜੀ ਥੋੜੇ ਸ਼ਬਦਾਂ 'ਚ ਗੱਲ ਹੈ, ਪਰ ਮੈਂ ਪੂਰੇ ਇਤਿਹਾਸ ਦੀ ਗੱਲ ਵਿੱਚ ਕੀਤੀ। ਮੈਂ ਟੱਪਿਆਂ ਚ ਅੱਜ ਦੀ ਗੱਲ ਕੀਤੀ, ਟੱਪੇ ਦੀ ਗੱਲ ਕਰਦਾ। ਟੱਪੇ ਵੀ ਗੀਤ ਦਾ ਇੱਕ ਤਰ੍ਹਾਂ ਦਾ ਗਾਏ ਜਾ ਸਕਦੇ, ਜਿਹੜੀ ਚੀਜ਼ਾਂ ਛੋਟਾ ਰੂਪ ਗੀਤ ਦਾ, ਛੋਟਾ ਰੂਪ ਗੀਤ ਆ। ਆਪਣੇ ਆਪ ਜੀ ਇਹਨੂੰ ਇੱਕ ਤੋਂ ਬਾਅਦ ਦੂਜੀ ਲਹਿਰ ਮਨਾਉਣ ਦੀ ਲੋੜ ਨਹੀਂ, ਛਾਲ ਮਾਰ ਕੇ ਜਾਣ ਵਾਲੀ ਗਾਂ ਵਾਲੀ ਗੱਲ ਹੁੰਦੀ ਹੈ। ਟੱਪਾ ਤਦੇ ਨਾਮ ਇਹਦਾ ਟੱਪਾ ਤਦੇ ਆ। ਕਹਿੰਦਾ ਟੁੱਟਾ ਅੰਬਰੋਂ ਤਾਰਾ ਏ, ਕਿਸੇ ਲਈ ਬੱਦ ਸੱਗਣੀ, ਹੁੰਦਾ ਕਿਸੇ ਲਈ ਨਜ਼ਾਰਾ ਹੈ। ਟੁੱਟਾ ਅੰਬਰੋਂ ਤਾਰਾ ਏ, ਕਿਸੇ ਲਈ ਬੱਦ ਸੱਗਣੀ, ਹੁੰਦਾ ਕਿਸੇ ਲਈ ਨਜ਼ਾਰਾ ਏ। ਜਿੰਦ ਰੁਲਦੀ ਜਾਂਦੀ ਏ, ਹੋ ਗਈ ਹੈ ਭਾਰੀ ਗੱਠੜੀ, ਗੱਠ ਖੁੱਲਦੀ ਜਾਂਦੀ। ਕੀ ਬਾਤ। ਹਿੰਮਤ ਨਹੀਂ ਹਾਰੀ ਏ, ਪੰਜਾਬ ਦਿਆਂ ਦੁਖੀਆਂ ਨੇ ਫੇਰੀ ਤਣਿਆਂ ਤੇ ਆ ਰਹੀ ਏ। ਹਿੰਮਤ ਨਹੀਂ ਹਾਰੀ ਏ, ਲੋਕਾਂ ਦੀਆਂ ਦੁਖੀਆਂ ਨੇ ਫੇਰੀ ਤਣਿਆਂ ਤੇ ਆ ਰਹੀ ਏ। ਦੋ ਬੂਟੇ ਨੇ ਅਨਾਰਾਂ ਦੇ, ਦੋ ਬੂਟੇ ਨੇ ਅਨਾਰਾਂ ਦੇ, ਪੰਜਾਬ ਛੱਡ ਭੱਜੀ ਜਾਂਦੇ ਨੇ ਪੁੱਤ ਵੱਡੇ ਸਰਦਾਰਾਂ ਦੇ। ਪੰਜਾਬ ਛੱਡ ਭੱਜੀ ਜਾਂਦੇ ਨੇ ਪੁੱਤ ਵੱਡੇ ਸਰਦਾਰਾਂ ਦੇ। ਚੂਰੀ ਘਿਓ ਦੀ ਛਲਾਵਾ ਏ, ਲੀਡਰਾਂ ਦੇ ਮਿੱਠੇ ਲਾਰੇ ਦਾ ਪਿੱਛੋਂ ਹੁੰਦਾ ਪਛਤਾਵਾ ਹੈ। ਸਾਡਾ ਰੱਬ ਤੇ ਭਰੋਸਾ ਹੈ, ਸਾਡਾ ਰੱਬ ਤੇ ਭਰੋਸਾ ਹੈ। ਹਾਕਮਾਂ ਦੇ ਝੂਠੇ ਲਾਰੇ ਦਾ ਹੁੰਦਾ ਸਭ ਨੂੰ ਹੀ ਰੋਸਾ ਹੈ। ਸੱਚ ਬੋਲਣ ਤੇ ਪਹਿਰਾ ਏ, ਹੱਕ ਵਾਲੀ ਗੱਲ ਨਾ ਸੁਣੇ, ਸਾਡਾ ਹਾਕਮ ਬਹਿਰਾ ਏ। ਗੱਲ ਸਿਰੇ ਦੀ ਸੁਣਾਉਣੀ ਹੈ, ਆਪੋ ਵਿੱਚ ਏਕਾ ਰੱਖ ਕੇ ਜੰਗ ਜਿੱਤ ਕੇ ਵਿਖਾਉਣੀ ਹੈ। ਗੱਲ ਸਿਰੇ ਦੀ ਸੁਣਾਉਣੀ ਹੈ, ਆਪੋ ਵਿੱਚ ਏਕਾ ਰੱਖ ਕੇ ਜੰਗ ਜਿੱਤ ਕੇ ਵਿਖਾਉਣੀ ਹੈ। ਗੱਲ ਸੁਣ ਲਓ ਸਿਆਣੇ ਦੀ, ਤੋੜ ਤੋੜ ਬੋਲ ਬੋਲਿਓ, ਇਹ ਅਰਜ਼ ਹੈ ਰਾਣੇ ਦੀ। ਬਹੁਤ ਰਾਣਾ ਸਾਹਿਬ, ਆਪਣਾ ਟਾਈਮ ਵੀ ਨਜ਼ਦੀਕ ਪਹੁੰਚਣਾ ਹੋ ਗਿਆ। ਕੋਈ ਗੱਲ ਇੱਦਾਂ ਦੀ ਨਾ ਰਹਿ ਜਾਵੇ ਜਿਹੜਾ ਕਿ ਮੈਨੂੰ ਬਾਅਦ 'ਚ ਪਛਤਾਵਾ ਹੋਵੇ ਜੀ। ਮੈਂ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਤੁਹਾਨੂੰ ਕਹਿਣਾ ਕਿ ਹੋ ਸਕਦਾ ਮੈਂ ਕੁਛ ਤੁਹਾਡੇ ਕੋਲ ਨਾ ਕਢਾ ਸਕਿਆ ਹੋਵਾਂ ਜਾਂ ਮੈਂ ਨਾ ਪੁੱਛ ਸਕਿਆ ਹੋਵਾਂ। ਦੇਖੋ, ਤੁਸੀਂ ਆਪਣੀ ਜ਼ਿੰਦਗੀ ਦੇ ਬਾਰੇ 'ਚ ਬਹੁਤ ਕੁਛ ਜਾਣਦੇ ਆ। ਇੱਕ ਫਿਲਾਸਫੀ ਵੀ ਹੈ ਕਿ ਜਿੰਨਾ ਇਨਸਾਨ ਖੁਦ ਨੂੰ ਜਾਣਦਾ ਉਨਾ ਦੂਸਰਾ ਉਹਨੂੰ ਜਾਣ ਨਹੀਂ ਸਕਦਾ। ਹਾਂਜੀ। ਤੇ ਅਗਰ ਤੁਸੀਂ ਆਪਣੇ ਬਾਰੇ ਕੁਛ ਕਹਿਣਾ ਚਾਹੁੰਦੇ ਹੋ ਤਾਂ ਉਹ ਜ਼ਰੂਰ ਸਾਂਝਾ ਕਰੋ। ਆਪਣੇ ਬਾਰੇ ਕੁਛ ਗੱਲ ਕਹਿਣ ਨਾਲ, ਕਿਉਂਕਿ ਮੈਂ ਲੋਕਾਂ 'ਚ ਜਿਵੇਂ ਲੋਕਾਂ ਬਾਰੇ ਕਹਿ ਲੈਂਦੇ ਆ। ਹਾਂਜੀ। ਪਰ ਸਾਰਾ ਕੁਛ ਤੁਸੀਂ ਕਹਿੰਦੇ ਕਿਹਾ ਵੀ ਨਹੀਂ ਜਾ ਸਕਦਾ ਹੁੰਦਾ, ਸਾਰਾ ਕੁਛ ਤਾਂ ਕਿ ਬਹੁਤਾ ਕੁਛ ਵੀ ਨਹੀਂ ਕਿਹਾ ਜਾ ਸਕਦਾ। ਆਪਾਂ ਇੱਕ ਦੀਨ ਮਤ ਜ਼ਿੰਦਗੀ ਦੇ ਪਹਿਲੂ ਹੁੰਦੇ ਆ, ਇਸ਼ਾਰਾ ਹੀ ਚੱਲਦਾ ਹੁੰਦਾ ਆ। ਲੋਕਾਂ ਬਾਰੇ ਗੱਲ, ਪ੍ਰੋਫੈਸਰ ਮੋਹਨ ਸਿੰਘ ਨੇ ਗੱਲ ਕਹੀ ਆ ਕਿ ਪੈ ਕਠਾਲੀ ਇਸ਼ਕ ਵਾਲੀ, ਤੜਫ ਬਦਲੀ ਵੇਗ ਵਿੱਚ, ਹੌਲੀ ਹੌਲੀ ਬਣ ਗਿਆ ਮਿੱਤਰਾਂ ਦਾ ਗਮ, ਲੋਕਾਂ ਦਾ ਗਮ। ਜਦ ਤੱਕ ਤੁਹਾਡਾ ਆਪਣਾ ਗਮ, ਮਿੱਤਰਾਂ ਦਾ ਗਮ, ਲੋਕਾਂ ਦਾ ਗਮ ਨਹੀਂ ਬਣਦਾ, ਉਦੋਂ ਤੱਕ ਤੁਸੀਂ ਲੋਕਾਂ 'ਚ ਮਕਬੂਲ ਨਹੀਂ ਹੋ ਸਕਦੇ। ਸੋ ਆਪਾਂ ਲੋਕਾਂ ਦੀ ਗੱਲ ਕਰਦੇ ਹਾਂ, ਤੇ ਮੈਨੂੰ ਨਾ ਆਪਣੀ ਕਵਿਤਾ 'ਚ ਨਹੀਂ ਕਰੂੰਗਾ ਮੈਂ। ਕਵਿਤਾ ਸਾਡੇ ਬੜੇ ਨਾਮ ਬਾਰੇ ਸ਼ਾਇਰ ਹੋਏ ਆ, ਗਿਆਨੀ ਹਰੀ ਸਿੰਘ ਦਿਲਬਰ ਜੀ। ਉਹਨਾਂ ਨੇ ਟੋਟਕੇ ਲਿਖੇ ਆ, ਤੇ ਉਹ ਕਹਿੰਦਾ ਟੋਟਕੇ, ਮੈਂ ਲੋਕਾਂ ਦੀ ਗੱਲ ਅੱਜ ਦੇ ਸਮੇਂ ਦੀ ਗੱਲ ਕਰ ਲਵਾਂ, ਟੋਟਕਿਆਂ ਨਾਲ ਜੁੜ ਕੇ ਮੈਂ ਦੋ ਟੋਟਕਿਆਂ ਜਿਹਨਾਂ ਦੀ ਗੱਲ ਕਰ ਜਾਣੀ, ਸਮਝਾਣ ਦੀ ਗੱਲ ਵੀ ਕਰ ਜਾਣੀ, ਸਮਝਾ ਜੋ ਕਰਨ ਨਾਲ ਹੀ। ਉਹ ਕਹਿੰਦਾ ਦੁੱਧ ਫੁੱਟ ਜਾਏ ਤਾਂ ਪਨੀਰ ਬਣ ਜਾਏ, ਰੁੱਖ ਟੁੱਟ ਜਾਏ ਤਾਂ ਸ਼ਤੀਰ ਬਣ ਜਾਏ, ਗੁੰਡਿਆਂ ਦੇ ਨਾਲ ਵੀ ਤੂੰ ਰੱਖ ਰਾਮ ਰਾਮ, ਕੀ ਪਤਾ ਕਦੋਂ ਕੋਈ ਵਜ਼ੀਰ ਬਣ ਜਾਏ। ਠੀਕ ਸਮਝ ਦੀ ਗੱਲ, ਜਿਹੜੀ ਕਿੰਨੀ ਵੱਡੀ ਤੰਜ਼ ਆ। ਬਿਲਕੁਲ। ਔਰ ਆਮ ਤੌਰ ਤੇ ਬਹੁਤੀਆਂ ਵਜ਼ੀਰੀਆਂ ਬਦਮਾਸ਼ਾਂ ਕੋਲ ਆਉਂਦੀਆਂ, ਗੁੰਡਿਆਂ ਕੋਲ ਆਉਂਦੀਆਂ, ਤੇ ਗੁੰਡਿਆਂ ਦੇ ਨਾਲ ਵੀ ਰੱਖ ਰਾਮ ਰਾਮ, ਕੀ ਪਤਾ ਕਦੋਂ ਕੋਈ ਵਜ਼ੀਰ ਬਣ ਜਾਏ। ਗਿਆਨੀ ਹਰੀ ਸਿੰਘ ਦਿਲਬਰ ਦਾ ਉਹਦਾ ਇੱਕ ਟੋਟਕਾ ਹੋ ਰਿਹਾ ਜੀ। ਅੱਜ ਦੇ ਦਾਨੀ ਸੱਜਣਾ ਦੇ ਉੱਤੇ ਵੀ, ਅੱਜ ਦੇ ਬੁੱਧੀਜੀਵੀਆਂ ਤੇ ਵੀ, ਜਿਨ੍ਹਾਂ 'ਚ ਅਸੀਂ ਆਪਣੇ ਆਪਣੀ ਸ਼ਾਮਲ ਸਮਝਦੇ ਹਾਂ। ਉਹ ਕਹਿੰਦਾ ਦੇਖੋ ਕਿੱਡੇ ਦਾਨੀ ਕਿੰਨਾ ਮਾਲ ਵੰਡ ਰਹੇ ਨੇ, ਦੇਖੋ ਕਿੱਡੇ ਦਾਨੀ
ਕਿੰਨਾ ਮਾਲ ਵੰਡ ਰਹੇ ਨੇ, ਠੰਡ ਤੋਂ ਬਚਾਉਣ ਲਈ ਰੁਮਾਲ ਵੰਡ ਰਹੇ ਨੇ। ਤੇ ਫਿਰ ਕਹਿੰਦਾ ਸੁਣਦੇ ਸੀ ਕੱਲ, ਅੱਜ ਦੇਖਦੇ ਪਏ ਹਾਂ ਬੁੱਧੀਜੀਵੀ ਜੁੱਤੀਆਂ 'ਚ ਦਾਲ ਵੰਡ ਰਹੇ ਨੇ। ਇਹ ਜਿਹੜੀ ਸਾਡੀ, ਜਦ ਤੱਕ ਸਾਡਾ ਪੜ੍ਹਿਆ ਲਿਖਿਆ ਤਬਕਾ, ਜਦ ਤੱਕ ਸਾਡਾ ਬੁੱਧੀਜੀਵੀ ਕਹਿੰਦਾ ਤਬਕਾ, ਜਦ ਤੱਕ ਇਹ ਜਿਹੜਾ ਸੰਵੇਦਨਸ਼ੀਲ ਸੋਚ ਵਾਲਾ ਤਬਕਾ ਆ, ਜਦ ਤੱਕ ਉਹ ਆਪਸ ਵਿੱਚ ਜੁੱਤੀਆਂ 'ਚ ਦਾਲ ਵੰਡਣੀ ਬੰਦ ਨਹੀਂ ਕਰਦਾ, ਕਿਹੜੇ ਮਰਜ਼ੀ ਕੋਈ ਅਦਾਰੇ 'ਚ ਬੈਠਾ ਹੋਵੇ, ਜਦ ਤੱਕ ਕਿਸੇ ਦੇ ਗੁਣ ਦੀ ਕਦਰ ਕਰਕੇ ਉਹਨੂੰ ਆਪਣੇ ਨੇੜੇ ਬਿਠਾਉਣ ਦੀ ਆਪਾਂ ਗੱਲ ਨਹੀਂ ਕਰਦੇ, ਉਦੋਂ ਤੱਕ ਸਾਡੇ ਸਮਾਜ ਦਾ ਭਲਾ ਨਹੀਂ ਹੁੰਦਾ। ਰਾਣਾ ਸਾਹਿਬ, ਇੱਕ ਵਿਚਾਰ ਮੇਰੇ ਮਨ 'ਚ ਆਈ ਆ, ਤੁਸੀਂ ਬੇਸ਼ੁਮਾਰ ਸਟੇਜਾਂ 'ਤੇ ਬੋਲਦੇ ਹੋ ਜੀ। ਮੈਂ ਪਹਿਲਾਂ ਵੀ ਸਿਮਰਰ ਗੱਲ ਕੀਤੀ ਸੀਗੀ ਜੀ ਜੀ ਜੀ। ਤੁਸੀਂ ਜਦੋਂ ਸਟੇਜ 'ਤੇ ਬੋਲਣਾ ਜਾਂਦੇ ਹੋ ਜਾਂ ਪਹਿਲਾਂ ਪਲਾਨ ਕਰਦੇ ਹੋ ਮੈਂ ਸਟੇਜ 'ਤੇ ਬੋਲਣਾ, ਤਾਂ ਤੁਸੀਂ ਉਸ ਸਮਾਜ ਦੀਆਂ ਉਹ ਜਿਹੜੇ ਪਹਿਲੂ ਆ ਉਹਨਾਂ ਨੂੰ ਤੁਸੀਂ ਆਪਣੇ ਧਿਆਨ 'ਚ ਲਿਆਉਂਦੇ ਆ ਕਿ ਵੀ ਆਹ ਕਮਜ਼ੋਰੀਆਂ ਸਮਾਜ 'ਚ ਹੈਗੀਆਂ, ਇਹਨਾਂ ਗੱਲਾਂ ਕਰਕੇ ਜਿਹੜੀ ਤਰੱਕੀ ਸਮਾਜ ਦੀ ਹੋਣੀ ਚਾਹੀਦੀ, ਜਿਹੜੀ ਪ੍ਰੋਗਰੈਸ ਹੋਣੀ ਚਾਹੀਦੀ, ਉਹ ਨਹੀਂ ਹੋ ਰਹੀ ਜੀ। ਜਦੋਂ ਤੁਸੀਂ ਲੋਕਾਂ ਵਿੱਚ ਸਪੀਚ ਕਰਕੇ ਆ ਜਾਂਦੇ ਤਾਂ ਫਿਰ ਲੋਕ ਤੁਹਾਡੇ ਇਰਦ ਗਿਰਦ ਬਹਿੰਦੇ ਆ ਜੀ, ਖਾਸ ਤੌਰ 'ਤੇ ਜਿਹੜੇ ਲੀਡਰ ਲੋਕ ਹੁੰਦੇ ਆ ਜੀ। ਕੀ ਤੁਹਾਨੂੰ ਜਿਹੜੀ ਫੀਡਬੈਕ ਆਉਂਦੀ ਆ, ਕੀ ਤੁਹਾਡੇ ਲੈਕਚਰਾਂ ਤੋਂ, ਕਿਉਂਕਿ ਆਪਣੇ ਸਮਾਜ ਵਿੱਚ ਇੱਕ ਗੱਲ ਆ ਕਿ ਜਦੋਂ ਨਾ ਕੋਈ ਬੰਦਾ ਬੋਲਦਾ ਅਸੀਂ ਬਹੁਤ ਵਾਹ ਕਰਦੇ ਹਾਂ, ਬਹੁਤ ਤਾੜੀਆਂ ਮਾਰਦੇ ਹਾਂ, ਲੇਕਿਨ ਜਦੋਂ ਉਹਨਾਂ ਗੱਲਾਂ 'ਤੇ ਅਸਰ ਕਰਨ ਦੀ ਵਾਰੀ ਹੁੰਦੀ ਫਿਰ ਅਸੀਂ ਜ਼ੀਰੋ ਹੋ ਜਾਂਦੇ ਹਾਂ ਜੀ। ਤੁਹਾਨੂੰ ਫੀਡਬੈਕ, ਕਿਉਂਕਿ ਤੁਸੀਂ ਬਹੁਤ ਸੋਚਵਾਨ ਇਨਸਾਨ ਹੋ, ਬਹੁਤ ਵਧੀਆ ਤੁਸੀਂ ਵਿਚਾਰ ਰੱਖਦੇ ਹੋ, ਵਧੀਆ ਸੋਚਣੇ ਦੇ ਮਾਲਕ ਹੋ, ਜੋ ਤੁਸੀਂ ਸਪੀਚ ਕਰਕੇ ਆ ਕੇ ਬਹਿੰਦੇ ਹੋ, ਚਾਹੇ ਉਹ ਲੰਗਰ ਹਾਲ ਹੋਵੇ ਤੇ ਚਾਹੇ ਉਹ ਮੀਟਿੰਗ ਹਾਲ ਹੋਵੇ, ਜਿਹੜੀ ਉੱਥੇ ਦੀ ਮੈਨੇਜਮੈਂਟ ਆ, ਕੀ ਤੁਹਾਡੀਆਂ ਦੱਸੀਆਂ ਗੱਲਾਂ 'ਤੇ ਅਸਰ ਕਰਨ ਲਈ ਕਿੰਨੇ ਕੁ % ਲੋਕ ਤਿਆਰ ਹੁੰਦੇ? ਤੁਹਾਡਾ ਬਹੁਤ ਕਾਬਲ ਸਵਾਲ ਆ ਤੇ ਇਹਦਾ ਜਵਾਬ ਵੀ ਬਹੁਤ ਔਖਾ ਆ, ਪਰ ਸਧਾਰਨ ਜਿਹਾ ਵਿੱਚ ਮੈਂ ਗੱਲ ਕਰ ਲੈਣੀ ਆ। ਇਹ ਆਮ ਤੌਰ 'ਤੇ ਜਦੋਂ ਤੁਸੀਂ ਕਿਸੇ ਅਦਾਰੇ 'ਚ ਬੋਲਣ ਜਾਂਦੇ ਆ ਨਾ, ਉਹ ਬੇਸ਼ੱਕ ਯੂਨੀਵਰਸਿਟੀ ਹੋਵੇ ਤੇ ਬੇਸ਼ੱਕ ਉਹ ਗੁਰਦੁਆਰਾ ਹੋਵੇ, ਹਾਂਜੀ, ਸਬਜੈਕਟ ਉਹਨੇ ਦੇਣਾ ਹੁੰਦਾ, ਵਿਸ਼ਾ ਉਹਨੇ ਦੇਣਾ ਹੁੰਦਾ। ਠੀਕ, ਜਿੱਦਾਂ ਦਾ ਸਮਾਗਮ ਉਹਨੇ ਰੱਖਿਆ, ਤੁਹਾਨੂੰ ਸੱਦਣਾ ਆਇਆ ਉਹਨਾਂ ਨੇ, ਤੁਸੀਂ ਉਸ ਹਿਸਾਬ ਦੇ ਨਾਲ ਆਪਣੀ ਤਿਆਰੀ ਕਰਕੇ ਜਾਣਾ ਆ ਉਸ ਸਬਜੈਕਟ ਦੇ ਹਿਸਾਬ ਨਾਲ। ਅਤੇ ਮੈਂ ਇੱਦਾਂ ਮਹਿਸੂਸ ਕਰਦਾ ਹੁੰਦਾ ਕਿ ਤੁਸੀਂ ਜਿਹੜੇ ਭਾਈਚਾਰੇ 'ਚ, ਜਿਹੜੇ ਅਦਾਰੇ 'ਚ ਜਿੱਥੇ ਬੋਲ ਰਹੇ ਹੋ, ਜਿਹੜੇ ਤੁਹਾਨੂੰ ਸੱਦਣ ਵਾਲੇ ਆ, ਜੇ ਤੁਹਾਡੇ ਕੋਲ 3 ਗੁਣਾ ਜ਼ਿਆਦਾ ਉਹਦੇ ਨਾਲੋਂ ਗੱਲ ਹੋਊਗੀ ਤੇ ਫਿਰ ਉਹ ਤੁਹਾਨੂੰ ਸੁਣਨਗੇ, ਨਹੀਂ ਤਾਂ ਨਹੀਂ ਸੁਣਨਗੇ। ਸਹੀ ਸਹੀ। ਇਸ ਲਈ ਮੈਂ ਕੋਸ਼ਿਸ਼ ਕੀਤੀ, ਮੈਂ ਜਿੱਥੇ ਵੀ ਗਿਆ ਆ, ਮੈਂ ਉੱਥੇ ਦੇ ਸਿਆਣੇ ਤੋਂ ਸਿਆਣੇ ਬੰਦੇ ਨਾਲੋਂ ਕੋਸ਼ਿਸ਼ ਕੀਤੀ ਵੀ ਉਹਦੇ ਕੋਲੋਂ ਵੀ ਕੁਛ ਲੈ ਲਵਾਂ ਅਤੇ ਕੁਛ ਹੋਰ ਵੀ ਲਿਟਰੇਚਰ ਵਿੱਚੋਂ ਸਾਰੇ ਮੈਨੂੰ ਲੈ ਕੇ ਨਾਲ ਕੁਛ ਨਵੀਂ ਚੀਜ਼ ਲੈ ਕੇ ਜਾਵਾਂ। ਔਰ ਮੈਂ ਆਪਣੇ ਆਪ 'ਤੇ ਇੱਦਾਂ ਆਪਣੀ ਸੰਤੁਸ਼ਟੀ ਇਸ ਗੱਲ ਤੋਂ ਜ਼ਾਹਰ ਕਰਦਾ ਕਿ ਮੈਂ ਜਿੱਥੇ ਵੀ ਗਿਆ ਨਵੀਂ ਗੱਲ ਲੈ ਕੇ ਗਿਆ, ਨਵੇਂ ਵਿਚਾਰ ਲੈ ਕੇ ਗਿਆ, ਉਸ ਜਿਹੜੇ ਭਾਈਚਾਰੇ ਨੇ ਜਾਂ ਜਿਹੜੇ ਅਦਾਰੇ ਨੇ ਸੱਦਿਆ ਆ ਉਹਦੇ ਅਨੁਕੂਲ ਲੈ ਕੇ ਗਿਆ ਆ ਨਾਲ ਇੱਦਾਂ। ਅਤੇ ਜਦੋਂ ਉਹਦੀ ਅਨੁਕੂਲ ਗੱਲ ਕਰਦਿਆਂ ਹੋਇਆ, ਉਹਨੂੰ ਸਮਝਦਿਆਂ ਹੋਇਆਂ, ਤੁਸੀਂ ਉਦੋਂ ਜੋ ਕੁਛ ਉਹ ਸਮਝਦੇ ਆ ਉਹਦੇ ਨਾਲ ਜਾਣ ਕੇ ਤੁਸੀਂ ਉਦੋਂ 3 ਗੁਣਾ ਜ਼ਿਆਦਾ ਨਾਲ ਲੈ ਕੇ ਜਾਂਦੇ ਆ, ਇੱਦਾਂ ਤਿਆਰੀ ਇੱਦਾਂ ਕਰਕੇ ਜਾਂਦੇ ਆ, ਅਤੇ ਫਿਰ ਤੁਹਾਨੂੰ ਸੁਣਿਆ ਤਾਂ ਜਾਂਦਾ ਔਰ ਬੜੇ ਪਿਆਰ ਨਾਲ ਸੁਣਿਆ ਜਾਂਦਾ। ਜਿੱਥੋਂ ਤੱਕ ਅਮਲ ਕਰਨ ਦੀ ਗੱਲ ਆ, ਅਮਲ ਕਰਨ ਦਾ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਇਕੱਲਾ ਪੰਜਾਬੀ ਭਾਈਚਾਰਾ ਨਾ ਮੈਂ ਕਹਾਂ, ਸਾਡੇ ਵੀ ਹੈ ਨਹੀਂ ਗਾ, ਬਾਕੀ ਦੁਨੀਆ 'ਚ ਵੀ ਬਹੁਤ ਘੱਟ ਆ। ਨਹੀਂ ਤਾਂ ਜਿੱਡੇ ਸਾਡੇ ਪੈਗੰਬਰ, ਗੁਰੂ, ਪੀਰ, ਵੱਡੇ ਅਵਤਾਰ ਆਏ ਆ, ਸਾਡੀ ਕਿਤੇ ਸਮਾਜ ਦੀ ਆਹ ਦੁਰਦਸ਼ਾ ਥੋੜ੍ਹਾ ਹੋਣੀ ਸੀ ਜਿਹੜੀ ਹੋਣੀ। ਅਸੀਂ ਜਿੱਥੇ ਉਹ ਧਰਤੀ ਸਾਡੀ ਭਾਰਤ ਵਰਸ਼ ਅਸੀਂ ਧਰਤੀ ਕਹਿੰਦੇ ਹਾਂ, ਕਿੱਡੇ ਕਿੱਡੇ ਬੰਦੇ ਆਏ ਆ, ਪਰ ਅਸੀਂ ਭੁੱਲ ਜਾਂਦੇ ਹਾਂ। ਉਹ ਫੇਰ ਕਹਿੰਦੇ ਵੀ ਰੱਬ ਫੇਰ ਦਿਆਲ ਹੋ ਜਾਂਦਾ, ਫੇਰ ਅਵਤਾਰ ਭੇਜ ਦਿੰਦਾ। ਆਪਾਂ ਇਹੀ ਕਹਿੰਦੇ ਹਾਂ ਵੀ ਇੱਕ ਤੋਂ ਬਾਅਦ ਜਦੋਂ ਫੇਰ ਆਉਂਦੀ ਫੇਰ ਆ ਜਾਂਦਾ। ਭਾਵੇਂ ਗੀਤਾ ਦੀ ਗੱਲ ਕਰ ਲਈਏ, ਭਾਵੇਂ ਜਿਹੜੀ ਮਰਜ਼ੀ ਗੱਲ ਕਰੀਏ, ਇਹੀ ਆ ਵੀ ਮੈਂ ਫੇਰ ਆਊਂਗਾ। ਵੀ ਜੇ ਇੱਕ ਵਾਰੀ ਆ ਗਿਆ, ਸਿੱਖਿਆ ਦੇ ਦਿੱਤੀ ਪੂਰੀ ਆ, ਲੋਕਾਂ ਨੂੰ ਤਿਆਰ ਕਰ ਲਓ, ਫਿਰ ਦੁਬਾਰਾ ਆਉਣ ਦੀ ਕੀ ਲੋੜ ਆ। ਪਰ ਇਹ ਸਾਡੇ ਲਿਖਿਆ ਵੀ ਇਹੀ ਆ। ਇਹਦਾ ਮਤਲਬ ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਬਦਲਦੇ ਨਹੀਂ ਹੈਗੇ, ਪਰ ਨਾ ਕਰਦਿਆਂ ਵੀ ਸਮਾਜ 'ਚ ਹਾਂ ਪੱਖੀ ਤਬਦੀਲੀਆਂ ਆਉਂਦੀਆਂ ਆ। ਜਿਹੜਾ ਸਮਾਜ ਹਾਂ ਪੱਖੀ ਤਬਦੀਲੀਆਂ ਨਹੀਂ ਆਉਂਦੀਆਂ, ਆਪਣੇ ਨਾਲੋਂ ਜਿੰਨਾ ਪਹਿਲਾਂ ਸੀ ਉਦੋਂ ਜ਼ਿਆਦਾ ਖੂਬਸੂਰਤ ਨਹੀਂ ਹੁੰਦਾ, ਉਦੋਂ ਜ਼ਿਆਦਾ ਮਿਲਵਰਤਨ ਵਾਲਾ ਨਹੀਂ ਹੁੰਦਾ, ਉਦੋਂ ਜ਼ਿਆਦਾ ਸਾਂਝੀਵਾਲਤਾ ਵਾਲਾ ਨਹੀਂ ਹੁੰਦਾ, ਇੱਕ ਦੂਜੇ ਦੇ ਜ਼ਿਆਦਾ ਉਹਦਾ ਨੇੜੇ ਨਹੀਂ ਆਉਂਦਾ, ਉਹ ਸਮਾਜ ਫਿਰ ਟੁੱਟ ਵੀ ਜਾਂਦੇ ਆ ਅਤੇ ਖਤਮ ਵੀ ਹੋ ਜਾਂਦੇ। ਰਾਣਾ ਸਾਹਿਬ, ਜਿਹੜੇ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਆ, ਤੁਹਾਡੀਆਂ ਕਿਤਾਬਾਂ ਜਾਂ ਤੁਹਾਡੇ ਆਉਣ ਵਾਲੇ ਗੀਤ, ਮੈਂ ਚਾਹੁੰਦਾ ਕਿ ਉਹਨਾਂ ਬਾਰੇ ਥੋੜ੍ਹਾ ਜਿਹਾ ਜ਼ਿਕਰ ਹੋ ਜਾਵੇ। ਹਾਂਜੀ। ਅਤੇ ਨਾਲ ਹੀ ਇਹ ਵੀ ਕੋਈ ਆਪਣੇ ਸਰੋਤਿਆਂ ਕੋਲ, ਤੁਸੀਂ ਬਹੁਤ ਸੀਨੀਅਰ ਹੋ ਪੱਤਰਕਾਰੀ ਵਿੱਚ ਵੀ, ਅਤੇ ਤੁਸੀਂ ਵਿਚਾਰਾਂ ਵਾਲੇ ਵੀ ਕਾਫੀ ਸੀਨੀਅਰ ਹੋ ਸਾਡੇ ਨਾਲੋਂ,
ਸਾਡੇ ਸਰੋਤਿਆਂ ਨੂੰ ਕੁਝ ਸੁਨੇਹਾ ਔਰ ਆਪ ਤੁਹਾਡੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜ਼ਰੂਰ ਦੱਸੋ। ਇੱਕ ਤਾਂ ਮੈਂ ਜ਼ਿਕਰ ਕੀਤਾ ਪਹਿਲਾਂ ਕਿ ਇੱਕ ਕਿਤਾਬ ਨਨਕਾਣਾ ਸਾਹਿਬ ਆ ਰਹੀ ਆ। ਠੀਕ। ਔਰ ਨਨਕਾਣਾ ਸਾਹਿਬ ਤੋਂ ਉਹ ਹਿਸਟਰੀ ਦੀ ਗੱਲ ਵੀ ਆ, ਉਹ ਯਾਤਰਾ ਦੀ ਗੱਲ ਵੀ ਆ, ਉਹ ਸ਼ਹਿਰਨਾਮਾ ਵੀ ਆ, ਆਪਣੀ ਵੱਖਰੀ ਤਰ੍ਹਾਂ ਦੀ ਵਿਲੱਖਣ ਕਿਤਾਬ ਹੋਊਗੀ ਉਹ ਜਿਹੜੀ ਆਉਣੀ ਆ। ਔਰ ਇੱਕ ਕਿਤਾਬ ਮੇਰੀਆਂ ਯਾਦਾਂ ਦੇ ਆਧਾਰ 'ਤੇ ਆ ਰਹੀ ਆ, ਇੱਧਰ ਉਹ ਪਾਕਿਸਤਾਨ ਵਾਲੇ ਬੰਨੇ ਸੀ, ਅਨੁਭਵ ਪੰਜਾਬ ਵਾਲੇ ਬੰਨੇ ਸੀ। 2 ਕਿਤਾਬਾਂ ਮੈਂ ਉਹ 'ਤੇ ਕੰਮ ਕੀਤਾ ਹੋਇਆ। ਅਨੁਭਵ ਪੰਜਾਬ ਤਿਆਰ ਹੋਈ ਪਈ ਆ, ਨਨਕਾਣਾ ਸਾਹਿਬ ਤਿਆਰ ਹੋ ਰਹੀ ਆ, ਥੋੜ੍ਹੇ ਦਿਨਾਂ 'ਚ ਅਗਲੇ ਸਾਲ ਦੇ ਵਿੱਚ ਇਸ ਸਾਲ ਦੇ ਵਿੱਚ ਆ ਜਾਣੀ ਚਾਹੀਦੀ ਆ। ਪਰ ਮੇਰਾ ਜਿਹੜਾ ਜ਼ਿਆਦਾ ਕੰਮ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਤਿਹਾਸ ਉੱਤੇ ਰਿਹਾ ਆ। ਠੀਕ। ਇਤਿਹਾਸ ਦੇ ਵੀ ਅਣਗੌਲੇ ਪੱਖ, ਉਹ ਇਤਿਹਾਸ ਦੇ ਅਣਗੌਲੇ ਪੱਖ 'ਚੋਂ ਸਾਡੇ ਜਾਣੀ ਕਿ ਜਿਹੜਾ ਸਾਡਾ ਪੰਜਾਬ ਦਾ ਇਤਿਹਾਸ ਹੈ ਨਾ, ਮੈਂ ਸਿੱਖ ਇਤਿਹਾਸ ਨੂੰ ਪੰਜਾਬ ਦਾ ਇਤਿਹਾਸ ਹੀ ਕਹਿੰਦਾ। ਜਿਹੜਾ ਪੰਜਾਬ ਦਾ ਇਤਿਹਾਸ ਹੈ ਕਿ ਕੋਈ ਵੱਖਰਾ ਕੁਛ ਹੈ ਹੀ ਨਹੀਂਗਾ। ਉਹਦੇ ਵਿੱਚੋਂ ਪੰਜਾਬ ਦੇ ਇਤਿਹਾਸ ਦੇ ਵਿੱਚੋਂ ਕੁਛ ਭਾਈਚਾਰੇ ਬਹੁਤ ਹਾਵੀ ਹੋ ਗਏ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ, ਕੁਛ ਭਾਈਚਾਰਿਆਂ ਨੂੰ ਅਸੀਂ ਇਗਨੋਰ ਕਰ ਦਿੱਤਾ। ਅਤੇ ਮੇਰੇ ਦਿਮਾਗ ਸੀ ਵੀ ਜਦ ਤੱਕ ਤੁਸੀਂ ਇਹਨਾਂ ਨੂੰ ਬਰਾਬਰ ਨਹੀਂ ਲੈ ਕੇ ਆਉਂਦੇ ਉਦੋਂ ਤੱਕ ਗੱਲ ਨਹੀਂ ਚੱਲਣੀ, ਗਾਂ ਨੂੰ ਗੱਲ ਤੁਰਨੀ ਨਹੀਂ ਹੈਗੀ। ਸੋ ਮੈਂ ਇਤਿਹਾਸ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ 'ਚ ਜਿਹੜੇ ਕੁਛ ਲੋਕ ਬਹੁਤ ਪਿੱਛੇ ਰਹਿ ਗਏ ਸੀ ਉਹਨਾਂ 'ਤੇ ਕੰਮ ਕੀਤਾ। ਜਿਹੜਾ ਕੰਮ ਹੁਣ ਤੱਕ ਕੀਤਾ ਉਹਨਾਂ 'ਚ ਬਾਬਾ ਮੋਤੀ ਰਾਮ ਮਹਿਰਾ, ਕਿਸੇ ਨੇ ਉੱਤੇ ਲਿਖਿਆ ਨਹੀਂ, ਮੇਰੀਆਂ 2 ਕਿਤਾਬਾਂ ਆਈਆਂ। ਉਹਦੀ ਸਾਕਾ ਸਰਹੰਦ ਦੇ ਅਣਗੌਲੇ ਸ਼ਹੀਦ ਵੀ ਆ, ਬਾਬਾ ਮੋਤੀ ਰਾਮ ਮਹਿਰਾ ਜੀ ਵੀ ਆ। ਇੱਦਾਂ ਹੀ ਕਰਤਾਰਪੁਰ ਜਲੰਧਰ ਵਾਲਾ ਜਿਹੜਾ ਸ਼ਹਿਰ ਹੈ ਉਹਦਾ ਕਿਸੇ ਨੇ ਇਤਿਹਾਸ ਨਹੀਂ ਲਿਖਿਆ। ਉਹਦਾ ਇਤਿਹਾਸ ਲਿਖਿਆ ਹੈ ਮਾਤਾ ਗੁਜਰੀ ਦੇ ਪਰਿਵਾਰ ਦੀਆਂ ਕੁਰਬਾਨੀਆਂ, ਕਦੀ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ। ਗੁਰੂ ਗੋਬਿੰਦ ਸਿੰਘ ਦਾ ਨਾਨਕਾ ਪਿੰਡ ਹੈ ਕਰਤਾਰਪੁਰ। ਠੀਕ। ਮਾਤਾ ਗੁਜਰੀ ਆਨੰਦ ਕਾਰਜ ਉੱਥੇ ਹੋਇਆ ਆ, ਜਲੰਧਰ ਵਾਲੇ ਕਰਤਾਰਪੁਰ, ਉਹਦਾ ਜ਼ਿਕਰ ਕੀਤਾ। ਇੱਦਾਂ ਇੱਕ ਕਿਤਾਬ ਮੇਰੀ ਹਜੂਰੀ ਸ਼ਹੀਦ ਆਈ ਆ, ਜਿਹਦੇ 'ਚ ਮੈਂ ਹਰ ਭਾਈਚਾਰੇ ਦਾ ਇੱਕ ਸ਼ਹੀਦ ਲੈ ਕੇ 13 ਸ਼ਹੀਦਾਂ ਦੀ ਗੱਲ ਕੀਤੀ। ਉਹਦੇ 'ਚ ਭੱਟ ਕੀਰਤ ਸ਼ਹੀਦ ਹੋਏ ਸਾਡੇ ਪਹਿਲੇ ਸ਼ਹੀਦਾਂ ਦੇ ਵਿੱਚੋਂ, ਉਹਦੀ ਗੱਲ ਕੀਤੀ ਆ। ਉਹਨਾਂ ਨੇ ਭਾਰਤ ਵਿਰੋਧੀ ਸ਼ਹੀਦਾਂ ਦੀ ਕਦੀ ਕਿਸੇ ਨੇ ਗੱਲ ਨਹੀਂ ਕੀਤੀ। ਉਹਨਾਂ 'ਚੋਂ ਬਣਜਾਰਾ ਭਾਈਚਾਰੇ 'ਚੋਂ ਭਾਈ ਲੱਖੀ ਸ਼ਾਹ ਬਣਜਾਰਾ ਦਾ ਪੁੱਤਰ ਭਾਈ ਨਗਾਈਆ ਸਿੰਘ ਜੀ ਸ਼ਹੀਦ ਹੋਏ, ਉਹਨਾਂ ਦੀ ਗੱਲ ਕੀਤੀ ਆ। ਉਹਨਾਂ 'ਚ ਭਾਗ ਸਿੰਘ ਝਬਾੜ ਸ਼ਹੀਦ ਹੋਏ, ਮਾਤਾ ਭਾਗੋ ਦੇ ਭਰਾ ਸੀਗੇ, ਉਹਨਾਂ ਦੀ ਗੱਲ ਕੀਤੀ। ਉਹਨਾਂ 'ਚ ਬਾਬਾ ਜੀਵਨ ਸਿੰਘ ਰਗਰੇਟਾ ਦੀ ਗੱਲ ਕੀਤੀ ਆ। ਉਹ 'ਚ ਬਾਬਾ ਬੰਦਾ ਬਹਾਦਰ ਦੀ ਵੀ ਗੱਲ ਕੀਤੀ ਆ। ਉਹਦੇ 'ਚ ਭਾਈ ਮਤੀ ਦਾਸ ਸਤੀ ਦਾਸ ਦੀ ਵੀ ਗੱਲ ਕੀਤੀ। ਉਹਦੀ ਪੰਡਿਤ ਕਿਰਪਾ ਰਾਮ ਦੱਤ ਸ਼ਹੀਦ ਹੋਏ ਆ, ਉਹਦੀ ਕਦੀ ਕਿਸੇ ਨੇ ਨਹੀਂ ਗੱਲ ਕੀਤੀ, ਉਹਦੀ ਵੀ ਗੱਲ ਕੀਤੀ ਆ। ਸੋ 13 ਲਿਖਿਆ, 13 ਹੀ ਭਾਈਚਾਰੇ ਉਹਦੇ 'ਚ ਪਰੋਤੇ ਆ, ਇਹ ਵੱਖ-ਵੱਖ। ਅਤੇ ਗਾਂ ਮੈਂ ਰਿਸਰਚ ਦਾ ਕੰਮ ਚੱਲ ਰਿਹਾ ਆ। ਗੁਰੂ ਕਿਰਪਾ ਕਰੇ ਭਾਈ ਜੈ ਸਿੰਘ ਸ਼ਹੀਦ ਹੋਏ ਆ ਕਾਲਕਟ ਵਾਲੇ, ਇਹ ਰਵਿਦਾਸ ਭਾਈਚਾਰੇ ਦੇ ਵਿੱਚੋਂ ਸੀਗੇ। ਔਰ ਇੱਕੋ ਇੱਕ ਸ਼ਹੀਦ ਹੈ ਜਿਹਦਾ ਅਸੀਂ ਕਦੀ ਅਰਦਾਸ 'ਚ ਜ਼ਿਕਰ ਕਰਦੇ ਹੁੰਦੇ ਸੀਗੇ ਕਿ ਪੁੱਠੀ ਖੱਲ ਲਾਈ ਗਈ ਜਿਹਦੀ। ਰਾਣਾ ਸਾਹਿਬ ਜੀ, ਮੈਨੂੰ ਸੌਰੀ, ਆਪਾਂ ਨੂੰ ਹੁਣ ਬਹੁਤ ਧੰਨਵਾਦ ਤੁਹਾਡਾ। ਇਹ ਸੀ ਰਣਜੀਤ ਸਿੰਘ ਰਾਣਾ ਸੀ, ਜਿਨ੍ਹਾਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਨਾਲ ਸਾਂਝ ਪਾਈ ਔਰ ਕਵਿਤਾਵਾਂ ਵੀ ਆਪਣੀਆਂ ਸੁਣਾਈਆਂ। ਮੈਂ ਐਕਚੁਅਲੀ ਸਹੀ ਤੌਰ 'ਤੇ ਦਗਦਗ ਕਰ ਉੱਠਿਆ ਉਹਨਾਂ ਦੀ ਲੇਖਣੀ ਨੂੰ ਸੁਣ ਕੇ। ਬਹੁਤ ਚਿਰ ਤੋਂ ਮੇਰੀ ਚਾਹਤ ਸੀ ਕਿ ਇਹਨਾਂ ਦੇ ਨਾਲ ਗੱਲਬਾਤ ਕਰਾਂ, ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਇਹਨਾਂ ਨੂੰ ਮੈਂ ਇੱਕ ਵਾਰੀ ਬਹੁਤ ਜਲਦੀ ਫਿਰ ਲੈ ਕੇ ਆਵਾਂਗਾ। ਜਿਹੜੀਆਂ ਰਹਿੰਦੀਆਂ ਗੱਲਾਂ ਉਹ ਆਪਾਂ ਫਿਰ ਇਹਨਾਂ ਨਾਲ ਕਰਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਾਣਾ ਸਾਹਿਬ, ਤੁਹਾਡਾ ਇੱਕ ਵਾਰੀ ਫਿਰ ਧੰਨਵਾਦ। ਤੁਸੀਂ ਬਹੁਤ ਸਾਨੂੰ ਧੰਨਵਾਦੀ ਬਣਾਇਆ ਆ ਕੇ। ਕਾਂਸ਼ੀ ਟੀਵੀ ਦੇ ਸਾਰੇ ਪ੍ਰਬੰਧਕਾਂ ਦਾ, ਸਰੋਤਿਆਂ ਦਾ, ਦਰਸ਼ਕਾਂ ਦਾ, ਸਾਰਿਆਂ ਦਾ ਹਿਰਦੇ ਤੋਂ ਧੰਨਵਾਦ। ਔਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ। ਅਸੀਂ ਮਿਲਾਂਗੇ ਅਗਲੇ ਹਫ਼ਤੇ। ਗੁੱਡ ਬਾਏ।